कहो मानुख ते क्या होए आवे, जो तिस पावै सोई करावे। कहो दा मतलब दसो। मानुख ते क्या होए आवे दा मतलब मनुख तो केड़ा काम हो सकता है। गुरु जी कहते ने दसो, सोचो विचारो और सोच विचार के ये दसो कि मनुख तो केड़ा काम हो सकता है कि ये कुछ कर सकता है। गुरु जी कहते ने जो तिस पावै सोई करावे। जो प्रभु ਨੂੰ ਚੰਗਾ ਲੱਗਦਾ ਹੈ ਨਾ ਉਹ ਕਰਾਉਂਦਾ ਹੈ। ਮਨੁੱਖ ਆਪਣੇ ਆਪ ਕੁਝ ਨਹੀਂ ਕਰ ਸਕਦਾ। ਹੁਣ ਇਹ ਚੀਜ਼ ਸਮਝਣ ਵਾਲੀ ਹੈ ਕਿਉਂਕਿ ਥੋੜੀ ਜਿਹੀ ਗਲਤ ਇੰਟਰਪ੍ਰੀਟੇਸ਼ਨ ਜਿਹੜੀ ਹੈ ਉਹ ਸਾਨੂੰ ਕੁਰਾਹੇ ਪਾ ਸਕਦੀ ਹੈ, ਜਾਂ ਜੋ ਅਸੀਂ ਪਾਵਨ ਬਾਣੀ ਤੋਂ ਲਾਭ ਲੈਣਾ ਹੈ ਉਹ ਅਸੀਂ ਬਾਣੀ ਤੋਂ ਲਾਭ ਲੈ ਨਹੀਂ ਸਕਾਂਗੇ। ਜੇ ਹੁਣ ਇਹ ਕਿਹਾ ਜਾਏ ਕਿ ਜੋ ਰੱਬ ਚਾਹੁੰਦਾ ਹੈ ਉਹ ਹੀ ਸਾਡੇ ਤੋਂ ਕਰਾਉਂਦਾ ਹੈ, ਸਾਡੇ ਹੱਥ ਵਿੱਚ ਕੁਝ ਨਹੀਂ ਹੈ, ਤਾਂ ਇਹਦਾ ਮਤਲਬ ਫਿਰ ਇਹ ਹੋਏਗਾ ਕਿ ਸਾਡਾ ਕੋਈ ਦੋਸ਼ ਨਹੀਂ। ਜੇ ਅਸੀਂ ਸ਼ਰਾਬ ਪੀ ਰਹੇ ਹਾਂ ਤੇ ਰੱਬ ਪਿਆ ਰਿਹਾ ਹੈ, ਚੋਰੀਆਂ ਕਰ ਰਹੇ ਹਾਂ ਤਾਂ ਰੱਬ ਕਰਾ ਰਿਹਾ ਹੈ, ਤਾਂ ਫਿਰ ਤਾਂ ਮਨੁੱਖ ਬਿਲਕੁਲ ਹੀ ਮੁਕਤ ਹੈ ਨਾ, ਇਹਦਾ ਕੋਈ ਦੋਸ਼ ਹੈ ਹੀ ਨਹੀਂ। ਫਿਰ ਤਾਂ ਪਾਪ ਵਿਕਾਰ ਅਪਰਾਧ ਜੋ ਵੀ ਨੇ ਇਹ ਸਾਰਾ ਕੁਝ ਰੱਬ ਹੀ ਕਰਾ ਰਿਹਾ ਹੈ। ਲੇਕਿਨ ਜੋ ਪਾਵਨ ਬਾਣੀ ਦੇ ਅੰਦਰ ਸਾਨੂੰ ਦੱਸਿਆ ਗਿਆ ਹੈ ਉਹ ਬਿਲਕੁਲ ਯੂਨੀਵਰਸਲ ਟਰੁਥ ਹੈ। ਹੁਣ ਇਹ ਸਮਝਣ ਦੀ ਗੱਲ ਹੈ ਕਿ ਜੋ ਤਿਸ ਭਾਵੈ ਸੋਈ ਕਰਾਵੇ। ਭਾਵੇ ਦਾ ਮਤਲਬ ਜੋ ਰੱਬ ਨੂੰ ਚੰਗਾ ਲੱਗਦਾ ਹੈ। ਭਾਵੇ ਦਾ ਮਤਲਬ ਭਾਣਾ, ਰਜਾ, ਹੁਕਮ। ਤਾਂ ਇਹਨੂੰ ਹੁਣ ਸ਼ਬਦ ਆਪਾਂ ਕਿਹੜਾ ਵਰਤਾਂਗੇ? ਅਨਮਿਊਟ ਰਹਿੰਦਿਆਂ ਹੀ ਬੋਲੋ, ਕਿਹੜਾ ਸ਼ਬਦ ਵਰਤਾਂਗੇ ਹੁਕਮ ਵਾਸਤੇ? ਸਿਸਟਮ। ਤਾਂ ਜੋ ਸਿਸਟਮ ਦੇ ਅੰਦਰ ਹੈ ਬੰਦਾ ਉਹ ਕਰ ਸਕਦਾ ਹੈ, ਸਿਸਟਮ ਤੋਂ ਬਾਹਰ ਕੁਝ ਨਹੀਂ ਕਰ ਸਕਦਾ। कहो मानुख ते क्या हुए आवे कि ये रब्बी हुक्म तो बाहर जो लॉ ऑफ नेचर है या सिस्टम है ਉਹਦੇ ਤੋਂ ਬਾਹਰ ਕੁਝ ਕਰ ਸਕਦਾ ਹੈ। ਸਿਸਟਮ ਤੋਂ ਬਾਹਰ ਤੇ ਕੁਝ ਵੀ ਨਹੀਂ ਕਰ ਸਕਦਾ। ਜਿਵੇਂ ਅਸੀਂ ਨਿੱਕੀਆਂ ਨਿੱਕੀਆਂ ਮਿਸਾਲਾਂ ਦਿੰਦੇ ਹਾਂ ਕਿ ਮੰਨ ਲਓ ਤੁਸੀਂ ਇੱਕ ਕਮਰਾ ਹੈ ਤੇ ਉਹਦੇ ਵਿੱਚ ਫਰਸ਼ ਪਿਆ ਹੋਇਆ ਹੈ, ਪਲਸਤਰ ਹੋਇਆ ਹੈ, ਤੇ ਪਲਸਤਰ ਹੋਏ ਕਮਰੇ ਦੇ ਅੰਦਰ ਕਣਕ ਦਾ ਛੱਟਾ ਦੇ ਦਿਓ, ਬੀਜ ਦਾ, ਤੇ ਫਿਰ ਇਹ ਕਹੋ ਕਿ ਇੱਥੇ ਕਣਕ ਉੱਗ ਜਾਏ ਔਰ ਫਸਲ ਮੈਂ ਵੱਢ ਲਵਾਂ। ਕੀ ਐਵੇਂ ਹੋ ਸਕਦਾ ਹੈ? ਨਹੀਂ ਹੋ ਸਕਦਾ ਨਾ। ਤਾਂ ਇਹਦਾ ਮਤਲਬ ਸਿਸਟਮ ਤੋਂ ਬਾਹਰ ਬੰਦਾ ਕੁਝ ਵੀ ਨਹੀਂ ਕਰ ਸਕਦਾ। ਜੋ ਸਿਸਟਮ ਹੈ ਉਹਦੇ ਅੰਦਰ ਹੀ ਬੰਦਾ ਸਾਰਾ ਕੁਝ ਕਰ ਸਕੇਗਾ। ਰੱਬੀ ਹੁਕਮ ਤੋਂ ਬਾਹਰ ਕੁਝ ਨਹੀਂ ਕਰ ਸਕਦਾ। ਔਰ ਰੱਬੀ ਹੁਕਮ ਤੋਂ ਬਾਹਰ ਬੰਦੇ ਦੇ ਵੱਸ ਵਿੱਚ ਕੁਝ ਵੀ ਨਹੀਂ ਹੈ ਕਿ ਇਹ ਰਜਾ ਤੋਂ, ਹੁਕਮ ਤੋਂ ਬਾਹਰ ਕਰ ਲਵੇ। ਜੋ ਵੀ ਅੱਜ ਤੱਕ ਖੋਜਾਂ ਹੋਈਆਂ ਨੇ ਉਹ ਸਾਰੀਆਂ ਲਾ ਆਫ ਨੇਚਰ ਨੂੰ ਸਮਝ ਕੇ, ਕੁਦਰਤ ਦੇ ਨਿਯਮਾਂ ਨੂੰ ਸਮਝ ਕੇ, ਰੱਬੀ ਹੁਕਮ ਦੇ ਅੰਦਰ ਹੀ ਹੋ ਰਹੀਆਂ ਨੇ। ਤਾਂ ਇਹਦਾ ਭਾਵ ਇਹ ਹੈ ਕਿ ਰੱਬੀ ਹੁਕਮ ਤੋਂ ਬਾਹਰ ਬੰਦਾ ਕੁਝ ਵੀ ਨਹੀਂ ਕਰ ਸਕਦਾ। ਹੁਣ ਗੁਰੂ ਜੀ ਕਹਿੰਦੇ ਨੇ ਦੱਸੋ ਕਰ ਸਕਦਾ ਹੈ? ਤਾਂ ਨਹੀਂ ਕਰ ਸਕਦਾ। ਇਸਕੇ ਹਾਥ ਹੋਏ ਤਾਂ ਸਭ ਕੁਝ ਲੈ। ਹੁਣ ਗੁਰੂ ਜੀ ਅਗਲੀ ਗੱਲ ਕਰਦੇ ਨੇ ਕਿ ਜੇ ਇਸ ਬੰਦੇ ਦੇ ਆਪਣੇ ਹੱਥ ਵਿੱਚ ਹੋਵੇ ਤਾਂ ਫਿਰ ਇਹ ਸਾਰੀਆਂ ਚੀਜ਼ਾਂ ਸਾਂਭ ਲਵੇ, ਹਰ ਸ਼ੈ ਹੀ ਲੈ ਲੈਂਦਾ ਜੋ ਵੀ ਇਹਨੂੰ ਚਾਹੀਦਾ ਹੈ। ਫਿਰ ਤਾਂ ਇਹਨੇ ਸਾਰਾ ਕੁਝ ਲੈ ਲੈਣਾ ਸੀ, ਫਿਰ ਸਾਰੇ ਸੰਸਾਰ ਦਾ ਮਾਲਕ ਹੀ ਆਪ ਬਣ ਜਾਵੇ। ਫਿਰ ਤਾਂ ਜਦੋਂ ਇਹਦਾ ਜੀ ਕਰੇ ਸੂਰਜ ਨੂੰ ਚੜਾ ਦੇਵੇ, ਜਦੋਂ ਜੀ ਕਰੇ ਛੁਪਾ ਦੇਵੇ, ਕਰ ਲੈਂਦਾ ਨਾ ਐਵੇਂ। ਇਸਕੇ ਹਾਥ ਹੋਏ ਤਾਂ ਸਭ ਕੁਝ ਲੈ, ਫਿਰ ਤਾਂ ਸਾਰਾ ਕੁਝ ਲੈ ਲਵੇ। ਪਰ ਗੁਰੂ ਜੀ ਕਹਿੰਦੇ ਨੇ ਜੋ ਤਿਸ ਭਾਵੈ ਸੋਈ ਕਰੇ। ਜੋ ਉਸ ਪ੍ਰਭੂ ਨੂੰ ਪਾਉਂਦਾ ਹੈ ਉਹ ਕਰਦਾ ਹੈ। ਯਾਨੀ ਰੱਬ ਦਾ ਹੁਕਮ ਹੈ, ਕੁਦਰਤ ਦੇ ਨੇਮ ਨੇ, ਉਹਨਾਂ ਨੇਮਾਂ ਤੋਂ ਬਾਹਰ ਨਹੀਂ ਕੁਝ ਕਰ ਸਕਦਾ, ਉਹਨਾਂ ਨੇਮਾਂ ਤੋਂ ਬਾਹਰ ਕੁਝ ਨਹੀਂ ਲੈ ਸਕਦਾ, ਤੇ ਨੇਮਾਂ ਦੇ ਅੰਦਰ ਰਹਿ ਕੇ ਸਾਰਾ ਕੁਝ ਲੈ ਸਕਦਾ ਹੈ। ਜੇ ਅਸੀਂ ਸੁਖ ਸ਼ਾਂਤੀ ਦੀ ਗੱਲ ਕਰੀਏ, ਸਾਡੇ ਜੀਵਨ ਵਿੱਚ ਖੁਸ਼ੀ ਆਵੇ, ਸੁਖ ਆਵੇ, ਸ਼ਾਂਤੀ ਆਵੇ, ਤਾਂ ਇਹ ਸਾਰਾ ਕੁਝ ਨੇਮ ਦੇ ਅੰਦਰ ਹੈ ਨਾ। ਤੇ ਉਹ ਨੇਮ ਨੇ ਕਿ ਅਸੀਂ ਪਿਆਰ ਦੇ ਨਾਲ ਰਹੀਏ, ਸੱਚੀ ਜ਼ਿੰਦਗੀ ਜੀਵੀਏ, ਇੱਕ ਦੂਜੇ ਦਾ ਸਹਿਯੋਗ ਕਰੀਏ, ਤਾਂ ਅਸੀਂ ਇਹ ਸਾਰਾ ਕੁਝ ਲੈ ਸਕਦੇ ਹਾਂ ਨੇਮ ਵਿੱਚ ਰਹਿ ਕੇ। ਤੇ ਜੇ ਅਸੀਂ ਕਹੀਏ ਕਿ ਇਹਨਾਂ ਨੇਮਾਂ ਤੋਂ ਬਾਹਰ ਅਸੀਂ ਈਰਖਾ, ਦ્વੈਸ਼, ਵੈਰ ਵਿਰੋਧ ਵਾਲੀ ਜ਼ਿੰਦਗੀ ਜੀਵੀਏ ਤੇ ਮਿਲੇ ਸਾਨੂੰ ਸੁੱਖ, ਐਵੇਂ ਨਹੀਂ ਹੋ ਸਕਦਾ। ਜੋ ਰੱਬ ਨੂੰ ਪਾਉਂਦਾ ਹੈ, ਭਾਵ ਜੋ ਰੱਬ ਦੇ ਹੁਕਮ ਨੇ, ਰੱਬ ਦੇ ਜੋ ਨੇਮ ਨੇ ਕੁਦਰਤ ਦੇ ਬਣਾਏ, ਉਹਨਾਂ ਅਨੁਸਾਰ ਹੀ ਬੰਦਾ ਕੁਝ ਕਰ ਸਕਦਾ ਹੈ, ਉਹਨਾਂ ਤੋਂ ਬਾਹਰ ਨਹੀਂ। ਅਨਜਾਨਤ ਵਿਖਿਆ ਮਹਿ ਰਚੈ। ਅਨਜਾਨਤ ਦਾ ਮਤਲਬ ਨਾ ਜਾਣਦਾ ਹੋਇਆ, ਬੇਸਮਝੀ ਦੇ ਕਾਰਨ ਮਨੁੱਖ ਮਾਇਆ ਦੇ ਵਿੱਚ ਰਚਿਆ ਹੋਇਆ ਹੈ। ਵਿਖਿਆ ਦਾ ਮਤਲਬ ਜ਼ਹਿਰ, ਮਾਇਆ।
ਤਾਂ ਇਹ ਜ਼ਹਿਰ ਦੇ ਅੰਦਰ ਖਚਤ ਹੈ, ਪਾਪਾਂ ਦੇ ਅੰਦਰ ਖਚਤ ਹੈ, ਮਾਇਆ ਵਿੱਚ ਖਚਤ ਹੈ ਬੇਸਮਝੀ ਦੇ ਕਾਰਨ। ਹੁਣ ਇਹਦੀ ਬੇਸਮਝੀ ਕੀ ਹੈ? ਮਾਇਆ ਬਾਰੇ ਤਾਂ ਆਪ ਸਾਰੇ ਹੁਣ ਸਮਝਦੇ ਹੋ ਕਿ ਮਾਇਆ ਸਾਡੀ ਇੱਕ ਮੈਂਟੈਲਿਟੀ ਦਾ ਨਾਮ ਹੈ, ਉਹ ਸੋਚ ਜੋ ਸਾਨੂੰ ਇੱਕ ਦੂਜੇ ਵਿੱਚ ਰੱਬ ਨੂੰ ਨਹੀਂ ਵੇਖਣ ਦਿੰਦੀ। ਸਾਡੀ ਉਹ ਸੋਚ, ਜਿਹੜੀ ਸੋਚ ਸਾਨੂੰ ਸੈਲਫਿਸ਼ ਬਣਾਉਂਦੀ ਹੈ, ਜਿਹੜੀ ਸੋਚ ਸਾਨੂੰ ਅੰਦਰੋਂ ਹੋਰ ਤੇ ਬਾਹਰੋਂ ਹੋਰ ਬਣਾਉਂਦੀ ਹੈ, ਤਾਂ ਇਹ ਸੋਚ ਦੇ ਅੰਦਰੋਂ ਅਸੀਂ ਸੁੱਖ ਪਾਣਾ ਚਾਹੁੰਦੇ ਹਾਂ। ਈਰਖਾ, ਦਵੇਸ਼, ਵੈਰ ਵਿਰੋਧ ਵਾਲੀ ਜ਼ਿੰਦਗੀ, ਪਾਪਾਂ ਵਿਕਾਰਾਂ ਵਾਲੀ ਜ਼ਿੰਦਗੀ ਜੀ ਕੇ ਬੰਦਾ ਸੁੱਖ ਪਾਣਾ ਚਾਹੁੰਦਾ ਹੈ। ਇਹ ਬੇਸਮਝੀ ਦੇ ਕਾਰਨ ਇਹਨਾਂ ਔਗਣਾਂ ਦੇ ਵਿੱਚ ਰਚਿਆ ਹੋਇਆ ਹੈ ਕਿ ਸ਼ਾਇਦ ਇਹਨਾਂ ਔਗਣਾਂ ਦੇ ਵਿੱਚੋਂ ਮੈਨੂੰ ਸੁੱਖ ਮਿਲ ਜਾਏ। ਈਰਖਾ, ਦਵੇਸ਼ ਤੋਂ, ਵੈਰ ਵਿਰੋਧ ਤੋਂ, ਕਾਮ ਕ੍ਰੋਧ ਵਿੱਚੋਂ ਇਹਨਾਂ ਸਾਰੇ ਕਰਮਾਂ ਕਰਕੇ ਮੈਨੂੰ ਸੁੱਖ ਮਿਲ ਜਾਏ। ਹੁਣ ਬੇਸਮਝੀ ਹੈ ਨਾ, ਐਸਾ ਹੋ ਨਹੀਂ ਸਕਣਾ ਕਦੇ, ਕਿਉਂਕਿ ਰੱਬ ਦੀ ਰਜ਼ਾ ਹੈ, ਨੇਮ ਨੇ, ਭਾਣਾ ਹੈ। ਅਣਜਾਣਤ ਵਿਖਿਆ ਮਹਿ ਰਚੈ, ਇਹ ਬੇਸਮਝੀ ਦੇ ਕਾਰਨ, ਅਗਿਆਨਤਾ ਦੇ ਕਾਰਨ ਵਿਕਾਰਾਂ ਦੇ ਅੰਦਰ ਖਚਿਤ ਰਹਿੰਦਾ ਹੈ। ਜੇ ਜਾਣਤ ਆਪਨ ਆਪ ਬਚੈ, ਜੇ ਜਾਣਤ ਦਾ ਮਤਲਬ ਜੇ ਜਾਣਦਾ ਹੋਵੇ, ਜੇ ਸਮਝਦਾਰ, ਸਮਝ ਵਾਲਾ ਹੋਵੇ, ਸਿਆਣਾ ਹੋਵੇ, ਤਾਂ ਆਪਨ ਆਪ ਬਚੇ, ਤਾਂ ਫਿਰ ਇਹ ਇਸ ਵਿਕਾਰਾਂ ਤੋਂ ਬਚਿਆ ਰਵੇ। ਫਿਰ ਇਹ ਵਿਕਾਰਾਂ ਦੇ ਅੰਦਰ ਖਚਤ ਨਾ ਹੋਵੇ। ਜਿਸ ਨੂੰ ਗਿਆਨ ਹੋਵੇ, ਜਿਹਨੂੰ ਸਮਝ ਹੋਵੇ, ਜੇ ਬੰਦਾ ਸਮਝਦਾਰ ਹੋਵੇ, ਗਿਆਨ ਦੀ ਸਹੀ ਵਰਤੋਂ ਕਰੇ, ਤਾਂ ਫਿਰ ਇਹਨਾਂ ਵਿਕਾਰਾਂ ਵਿੱਚ ਖਚਤ ਨਹੀਂ ਹੋਏਗਾ। ਆਪਨ ਆਪ ਬਚੇ, ਫਿਰ ਆਪਣੇ ਆਪ ਇਸ ਮਾਇਆ ਤੋਂ ਬਚਿਆ ਰਹੇ। ਲੇਕਿਨ ਇਹ ਬਚਿਆ ਰਹਿ ਨਹੀਂ ਰਿਹਾ। ਈਰਖਾ, ਦਵੇਸ਼ ਦੇ ਅੰਦਰ ਇਹ ਖਚਤ ਹੈ, ਪਾਪਾਂ ਵਿਕਾਰਾਂ ਦੇ ਵਿੱਚ ਖਚਤ ਹੈ, ਮਾੜੀ ਸੋਚ ਦੇ ਅੰਦਰ ਖਚਤ ਹੈ, ਅਗਿਆਨਤਾਵਸ਼। ਤੇ ਇਹਨੂੰ ਇੱਕ ਭਰਮ ਹੈ ਕਿ ਸ਼ਾਇਦ ਇਸ ਢੰਗ ਦੇ ਨਾਲ ਮੇਰੇ ਜੀਵਨ ਵਿੱਚ ਸੁੱਖ ਆ ਜਾਏ ਜਾਂ ਮੈਂ ਕਾਮਯਾਬ ਹੋ ਜਾਵਾਂ। ਭਰਮੇ ਭੂਲਾ ਦਹਿ ਦਿਸ ਧਾਵੈ। ਧਾਵੈ ਦਾ ਮਤਲਬ ਦੌੜਦਾ ਹੈ, ਦਹਿ ਦਿਸ ਦਾ ਮਤਲਬ ਦਸੀ ਪਾਸ਼ੀ ਯਾਨੀ ਚੁਫੇਰੇ ਸੰਸਾਰ ਦੇ ਵਿੱਚ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭੁਲੇਖੇ ਦੇ ਵਿੱਚ ਪਿਆ ਹੋਇਆ, ਭਰਮ ਦੇ ਅੰਦਰ ਪਿਆ ਹੋਇਆ ਦਸੀ ਪਾਸੀ ਇਹ ਮਨੁੱਖ ਦੌੜਦਾ ਹੈ। ਚਾਰ ਚੁਫੇਰੇ ਦਾ ਮਨ ਦੌੜ ਰਿਹਾ ਹੈ। ਦੌੜਨ ਦਾ ਮਤਲਬ ਭਟਕ ਰਿਹਾ ਹੈ। ਭਟਕਣ ਤੋਂ ਭਾਵ ਇਹਦੀ ਜ਼ਿੰਦਗੀ ਦਾ ਕੋਈ ਉੱਚਾ ਆਦਰਸ਼ ਨਹੀਂ, ਇਹਦੇ ਜੀਵਨ ਦਾ ਕੋਈ ਗੋਲ ਨਹੀਂ। ਜਿਵੇਂ ਅਸੀਂ ਰੋਜ਼ ਇਹ ਚੀਜ਼ ਦੀ ਵਿਚਾਰ ਕਰ ਰਹੇ ਹਾਂ ਕਿ ਜਿਸ ਮਨੁੱਖ ਦਾ ਗੋਲ ਨਹੀਂ ਹੈ ਉਹ ਮਨੁੱਖ ਅਸ਼ਾਂਤ ਰਹੇਗਾ। ਜਿਸ ਮਨੁੱਖ ਦਾ ਕੋਈ ਗੋਲ ਨਹੀਂ ਉਹਨੂੰ ਸੁੱਖ ਕਿਵੇਂ ਮਿਲੇਗਾ? ਉਹ ਤਾਂ ਉਸ ਕਿਸ਼ਤੀ ਵਰਗਾ ਹੈ ਜਿਸ ਕਿਸ਼ਤੀ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਹੈ, ਪਰ ਉਸ ਕਿਸ਼ਤੀ ਦੇ ਅੰਦਰ ਕੋਈ ਮਲਾਹ ਨਹੀਂ, ਕੋਈ ਚੱਪੂ ਨਹੀਂ, ਕੋਈ ਇੰਜਨ ਨਹੀਂ। ਉਹ ਤਾਂ ਜਿੱਧਰ ਲਹਿਰਾਂ ਆਉਣਗੀਆਂ ਉਧਰ ਕਿਸ਼ਤੀ ਭਟਕਦੀ ਰਹੇਗੀ ਔਰ ਅਖੀਰ ਉਹ ਕਿਸ਼ਤੀ ਡੁੱਬ ਜਾਏਗੀ, ਕਿਉਂਕਿ ਉਹਦਾ ਗੋਲ ਨਹੀਂ ਨਾ, ਉਹ ਕਿਤੇ ਪਹੁੰਚੇਗੀ ਨਹੀਂ। ਇਸੇ ਤਰ੍ਹਾਂ ਜਿਸ ਮਨੁੱਖ ਦੀ ਜ਼ਿੰਦਗੀ ਦਾ ਕੋਈ ਗੋਲ ਹੀ ਨਹੀਂ ਹੈ, ਉਸ ਕਿਸ਼ਤੀ ਦੀ ਤਰ੍ਹਾਂ ਭਟਕ ਰਿਹਾ ਹੈ। ਸਰੀਰਕ ਗੋਲ ਨਹੀਂ, ਮਾਨਸਿਕ ਗੋਲ ਨਹੀਂ, ਬੌਧਿਕ ਗੋਲ ਨਹੀਂ, ਆਤਮਿਕ ਗੋਲ ਨਹੀਂ, ਪਰਿਵਾਰਕ ਔਰ ਵਿਵਹਾਰਕ ਤੌਰ ਤੇ ਮੈਂ ਕੈਸੀ ਜ਼ਿੰਦਗੀ ਜੀਣੀ ਚਾਹੁੰਦਾ, ਕੋਈ ਗੋਲ ਹੀ ਨਹੀਂ। ਮੈਂ ਆਪਣਾ weight ਕਿੰਨਾ ਰੱਖਣਾ ਹੈ, ਸਰੀਰਕ ਤੌਰ ਤੇ ਮੈਂ ਆਪਣੇ ਆਪ ਨੂੰ ਤੰਦਰੁਸਤ ਰੱਖਣਾ ਹੈ, ਤਾਂ ਉਹਦੇ ਵਾਸਤੇ ਮੈਂ ਖੁਰਾਕ ਕੈਸੀ ਖਾਣੀ ਹੈ, ਮੇਰੀ ਮੈਂਟੈਲਿਟੀ कैसी चाहिए है, मैं बौद्धिक विकास कैसा करना है, आत्मिक जिंदगी कैसी जीनी है, मेरा परिवार का जिहड़ा जीवन है या साडा परिवार का साझा गोल है वो कैसा होना चाहिए। बंदे का गोल नहीं है ते बिना गोल तो ही भटक रहा है। ते जे मनुख अपनी जिंदगी का एक गोल बना लवे कि मैं सच्चार होना है, मन वचन कर्म करके मैं सच दे धारनी होना है, तो फिर इहदा मन नहीं भटकेगा, फिर सचारता दे उत्ते इह टिक जाएगा। भरमे भूला दह दिस धावै, निमक माहे चार कुंड फिर आवे। निमक दा मतलब अख दे फरकन जिन्ना समा, चार कुंड दा मतलब चारे नुकना चुफेरा, अख दे फोर विच चारां कुंडां विच भज दौड़ कर हुंदा है। हुण असीं इंग्लैंड बैठे हैं ते मन एक पल दे विच ही इंडिया चला गया। इंडिया वालियां दा इंग्लैंड ते अमेरिका घुमाया। साडे मन दे विच कदे ईर्खा आ गई ते कदे प्रेम आ गई, कदे मन एक पासे ते कदे दूसरे पासे, क्योंकि टिकाव नहीं ना। ते टिकाव इस करके नहीं कि टिके किथे, गोल ते कोई है ही नहीं। जे सचियार होने नूं मनुख अपना गोल बना लवे कि मैं सचियार होना है, बाकी कारोबार इस तरह ही करेगा, लेकिन यदि जिंदगी का एक गोल होएगा, फिर सच्चे कर्म करेगा, फिर इसका मन किते भटकेगा ही नहीं।
अगला बचन करते हैं गुरु जी, कर कृपा जिस अपनी भगती दे, कर कृपा जिस अपनी भगत दे, सॉरी मैं भगती बोल गया, कर कृपा जिस अपनी भगत दे, रब मेहर करके जिन्हों अपनी भगती बख्शदा है। हुण भगती समझ लेना कि रब की भगती की है, रब की रजा विच तुरना, रब के गुणों के धारनी होना, हुक्म रजाई चलना, ये रब की भगती है। रब के गुणों के धारनी होना रब की भगती है। सदगुण तेरे मैं ना ही कोए, विण गुण कीते भगत ना होए। रब की भगती का मतलब रब के गुणों के धारनी होना है। तो गुरु पातशाह जी कहते हैं, जिसनों रहमत करके रब अपने गुणों की दात दिंदा है, नानक ते जन नाम मिले। इत्थे नाम का मतलब है रब, मिले का मतलब मिल जा, ਉਹ ਪ੍ਰਭੂ ਦੇ ਅੰਦਰ ਹੀ ਮਿਲ ਜਾਂਦੇ ਨੇ, ਰੱਬ ਦਾ ਹੀ ਰੂਪ ਹੋ ਜਾਂਦੇ ਨੇ, ਨਾਮ ਦਾ ਹੀ ਰੂਪ ਹੋ ਜਾਂਦੇ ਨੇ, ਨਾਮੀ ਦਾ ਹੀ ਰੂਪ ਹੋ ਜਾਂਦੇ। ਗੁਣ ਕਹੇ ਗੁਣੀ ਸਮਾਵਣਿਆ, ਗੁਣ ਗਾਉਂਦੇ, ਗੁਣਾਂ ਦੀ ਵਿਚਾਰ ਕਰਦੇ, ਗੁਣਾਂ ਬਾਰੇ ਸੋਚਦੇ, ਗੁਣਾਂ ਵਾਲੇ ਵਿਹਾਰ ਕਰਦੇ, ਆਖਿਰ ਉਹ ਗੁਣਾਂ ਦੇ ਵਿੱਚ ਹੀ ਸਮਾ ਜਾਂਦੇ ਨੇ, ਗੁਣੀ ਰੱਬ ਦੇ ਵਿੱਚ ਹੀ ਸਮਾ ਜਾਂਦੇ ਨੇ। ਤਾਂ ਕਰ ਕਿਰਪਾ ਜਿਸ ਆਪਣੀ ਭਗਤ ਦੇ, ਜੇ ਰੱਬੀ ਗੁਣਾਂ ਦੇ ਨਾਲ ਬੰਦਾ ਜੁੜ ਜਾਏ ਤਾਂ ਉਹ ਬੰਦਾ ਰੱਬ ਦੇ ਅੰਦਰ ਸਮਾ ਕੇ ਰੱਬ ਦਾ ਰੂਪ ਹੋ ਜਾਏਗਾ। ਨਾਨਕ ਤੇ ਜਨ ਨਾਮ ਮਿਲੇ, ਉਹ ਨਾਮ ਦੇ ਅੰਦਰ ਮਿਲ ਜਾਏਗਾ, ਉਹ ਗੁਣਾਂ ਦੇ ਅੰਦਰ ਅਪੇਟ ਹੋ ਜਾਏਗਾ, ਰੱਬੀ ਰੂਪ ਹੋ ਜਾਏਗਾ। ਖਿਨਮਹਿ ਨੀਚ ਕੀਟ ਕੋ ਰਾਜ, ਹੁਣ ਰੱਬ कैसा है? नीच कीट का मतलब कि नीवा जिहा जिहड़ा कीड़ा है, कीट का मतलब कीड़ा। पल विच कीड़े जे तुच्छ जीव नूं रब राज दे सकता है। खिन विच प्रभु कीड़े वर्गे नीवे मनुख नूं राज दे दिंदा है। हुण देखो, कीड़े वर्गा मनुख की है जिसकी बिरती नीवी है, जिसके अंदर औगण ने, विकार ने, पाप ने, ते उस बंदे नूं एक पल दे अंदर ही वो राजा बना दिंदा है। पार ब्रह्म गरीब निवाज, क्योंकि पार ब्रह्म गरीबां नूं निवाजण वाला है। हुण सिस्टम दे अंदर दुनिया का राज भी पाया जा सकता है। जो सिस्टम में चलेगा वो राजा बादशाह दुनिया का भी बन जाएगा। बाकी जो खास गल है, हुण सारे तो बादशाह बन नहीं ना सकते। एक एरिए दे विच MLA तो एक ही होएगा, एक जिले विच DC तो एक ही होएगा, SP तो एक ही होएगा, सारे तो नहीं ना बन सकते। तो हुण असल राज की है? एक राज होर है जो असीं सारे कर सकते हैं, जो असीं सारे राजे बन सकते हैं, वो है दिलों के उत्ते राज करना। जिहड़ा निमाणा, जिहड़ा औगणहारा बंदा है, जिन्हों सारे लोग नफरत करते हैं, नफरत की नज़र के नाल वेखते हैं, जे वो रब्बी शरण में आ जाए, गुणां दा धारनी हो जाए, तो वह लोगों के दिलों के उत्ते राज करने वाला बन जाए। असीं MLA MP प्रधानमंत्री ना भी बन सकीए, फिर भी असीं राजे हो सकते हैं, फिर भी असीं लोगों के दिलों ते राज कर सकते हैं। किन्ने ऐसे लोग ने साडे पिंडां शहरां विच, समाज विच, साडे रिश्तेदारां, सज्जनां मित्रां विच, जिहड़े लोकां दे दिलां ते राज करदे ने, जिन्हां वास्ते तुहाडे दिलां दे दरवाजे खुले ने, जिन्हां नूं असीं प्यार करदे हां, जिन्हां दे नाल असीं मिलना चाहते हां, जिन्हां दे असीं सलाह लेना चाहते हां, जिन्हां दे अंदर कोई बुराई नहीं है, तां जिहड़ा नीवी बिरती वाला बंदा है, वो भी महान गुणां वाला राजा और बादशाह बन सकता है। दूजी गल, अपने मन के उत्ते कंट्रोल करने वाला बन सकता है। असीं अपने मन के अधीन आना, ते जे चाहिए तो असीं अपने मन के उत्ते राज कर सकते हाँ। आत्म जिन्हें सगल वस्तांत है, जाका सतगुर पूरा, अपने आपे नूं जित लवीए, मन नूं विकारां वल्लों हरा लवीए, तां जिता लवीए, तां ओह जिहड़ा बंदा है सूरमा गिणिया जाएगा। जाको हर रंग लागो इस युग में, सो कहियत है सूबा। और एक राज साडा कैसा है? मन जीत है जग जीत, मन नूं जितण वाला बंदा विश्व विजेता हो जाता है। ते बेनती करां, एक साडा सारियां दा वखरा संसार है, एक साझा संसार हुंदियां होइयां भी साडा सारियां दा एक वखरा वखरा संसार है। मेरा भी और तुहाडा भी। देखो तुसीं सारे क्लास दे भैन भरा, साडा एक परिवार है, एक परिवार दे असीं प्यार दे नाल रहिंदे विचर रहे हां। लेकिन ये प्यार मुहब्बत हुंदियां भी साडा एक वखरा संसार है, क्योंकि जिहड़े तुहाडे कुछ रिश्तेदार ने वो मेरे रिश्तेदार नहीं हैं, मेरे रिश्तेदार तुहाडे रिश्तेदार नहीं।
ਤੁਸੀਂ ਕੁਝ ਮੇਰੇ ਰਿਸ਼ਤੇਦਾਰਾਂ ਨੂੰ, ਕੁਝ ਨੂੰ ਕੀ ਸਾਰਿਆਂ ਨੂੰ ਤੁਸੀਂ ਨਹੀਂ ਜਾਣਦੇ, ਮੈਂ ਤੁਹਾਡਿਆਂ ਨੂੰ ਨਹੀਂ ਜਾਣਦਾ। ਤਾਂ ਮੇਰਾ ਇੱਕ ਵੱਖਰਾ ਸੰਸਾਰ ਹੈ, ਮੇਰੇ ਪਰਿਵਾਰ, ਬੱਚੇ, ਮੇਰੀ ਪਤਨੀ, ਮੇਰੇ ਨਾਨਕੇ ਦਾਦਕੇ ਸਹੁਰੇ, ਜਾਂ ਮੇਰੇ ਮਿੱਤਰ, ਜਾਂ ਜਿਨ੍ਹਾਂ ਸੰਗਤਾਂ ਵਿੱਚ ਮੈਂ ਵਿਚਰਨਾ, ਇਹ ਮੇਰਾ ਇੱਕ ਵੱਖਰਾ ਸੰਸਾਰ ਹੋ ਗਿਆ ਨਾ। ਇਸੇ ਤਰ੍ਹਾਂ ਤੁਹਾਡੇ ਨਾਨਕੇ ਦਾਦਕੇ ਸਹੁਰੇ, ਤੁਹਾਡੇ ਸੱਜਣ ਮਿੱਤਰ, ਜਾਂ ਜਿੱਥੇ ਤੁਸੀਂ ਜੌਬ ਕਰਦੇ ਹੋ, ਇਹ ਤੁਹਾਡਾ ਇੱਕ ਨਿੱਕਾ ਜਿਹਾ ਵੱਖਰਾ ਵੱਖਰਾ ਸੰਸਾਰ ਹੋ ਗਿਆ। ਜੋ ਆਪਣੇ ਇਸ ਨਿੱਕੇ ਜਿਹੇ ਸੰਸਾਰ ਅੰਦਰ ਸੱਚਾ ਮਾਣ ਆਦਰ ਹਾਸਲ ਕਰ ਲੈਂਦਾ ਹੈ, ਔਰ ਜਿਹੜਾ ਆਪਣੇ ਇਸ ਨਿੱਕੇ ਜਿਹੇ ਸੰਸਾਰ ਦੇ ਅੰਦਰ ਸੁਖੀ ਔਰ ਸ਼ਾਂਤ ਰਹਿੰਦਾ ਹੈ, ਉਹਨੂੰ ਅਸੀਂ ਵਿਸ਼ਵ ਵਿਜੇਤਾ ਕਵਾਂਗੇ, ਕਿਉਂਕਿ ਉਹ ਆਪਣੇ ਸੰਸਾਰ ਦਾ, ਉਹਨੇ ਸੰਸਾਰ ਨੂੰ ਜਿੱਤ ਲਿਆ। ਉਹਨੇ ਸੰਸਾਰ ਨੂੰ ਜਿੱਤ ਲਿਆ ਨਾ, ਆਪਣੇ ਰਿਸ਼ਤੇਦਾਰਾਂ ਦਾ, ਸੱਜਣਾ ਮਿੱਤਰਾਂ ਦਾ ਦਿਲ ਜਿੱਤ ਲਿਆ, ਉਹ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ। ਲੇਕਿਨ ਅਸੀਂ ਤੇ ਆਪਣੇ ਇੰਨੇ ਸੰਸਾਰ ਵਿੱਚ ਵੀ ਰਾਜ ਨਹੀਂ ਨਾ ਕਰ ਸਕਦੇ, ਸ਼ਾਂਤ ਨਹੀਂ ਰਹਿ ਸਕਦੇ। ਤਾਂ ਗੁਰੂ ਜੀ ਕਹਿੰਦੇ ਨੇ, ਖਿਨਮਹਿ ਨੀਚ ਕੀਟ ਔਰਾਦ, ਨਿੱਕਾ ਜਿਹੜਾ ਇਨਸਾਨ ਹੈ ਇੱਕ ਪਲ ਦੇ ਅੰਦਰ ਹੀ ਉਹਨੂੰ ਰਾਜ ਦੇ ਦਿੰਦਾ ਹੈ, ਕਿਉਂਕਿ ਪਾਰ ਬ੍ਰਹਮ ਗਰੀਬ ਨਿਵਾਜ, ਰੱਬ ਜਿਹੜਾ ਹੈ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਗਰੀਬ ਕੌਣ ਹੈ, ਇਹ ਚੀਜ਼ ਸਮਝ ਲੈਣਾ। ਗਰੀਬੀ ਔਰ ਅਮੀਰੀ ਪੈਸੇ ਦੀ ਨਹੀਂ ਹੁੰਦੀ। ਬੇਸ਼ੱਕ ਗਰੀਬੀ ਅਮੀਰੀ ਪੈਸੇ ਦੀ ਹੈ, ਅਸੀਂ ਇਹਨਾਂ ਚੀਜ਼ਾਂ ਨੂੰ, ਇਹਨਾਂ ਸ਼ਬਦਾਂ ਨੂੰ ਵਰਤਦੇ ਹਾਂ। ਜਿਹੜੇ ਪੈਸੇ ਕਰਕੇ ਅਮੀਰ ਨੇ, ਉਹਨਾਂ ਲੋਕਾਂ ਦੇ ਕੋਲ ਕੁਝ ਸਹੂਲਤਾਂ ਹੁੰਦੀਆਂ ਨੇ, ਜਿਹੜੀਆਂ ਕਿ ਸਹੂਲਤਾਂ ਆਮ ਜਿਹੜਾ ਪੈਸੇ ਕਰਕੇ ਗਰੀਬ ਬੰਦਾ ਹੈ ਉਹ ਹਾਸਲ ਨਹੀਂ ਕਰ ਸਕਦਾ। ਇੱਕ ਤਾਂ ਇਹ ਅਮੀਰੀ ਗਰੀਬੀ ਹੈ ਹੀ ਨਾ। ਲੇਕਿਨ ਅਸਲ ਅਮੀਰੀ ਔਰ ਗਰੀਬੀ ਹੈ ਮਨ ਦੀ। ਜਿਸ ਬੰਦੇ ਦੇ ਅੰਦਰ ਸ਼ੁਭ ਗੁਣ ਮੌਜੂਦ ਨੇ, ਸਤ ਸੰਤੋਖ ਆਦਿਕ, ਅਸਲੀ ਅਮੀਰ ਹੈ ਉਹ, ਜਿਹਦਾ ਆਚਰਨ ਉੱਚਾ ਹੈ, ਜਿਹਦਾ ਆਦਰਸ਼ ਉੱਚਾ ਹੈ, ਜਿਸ ਦੇ ਅੰਦਰ ਇਨਸਾਨੀਅਤ ਹੈ, ਜੋ ਇਨਸਾਨੀਅਤ ਦਾ ਮੁਜੱਸਮਾ ਹੈ, ਉਹ ਬੰਦਾ ਅਮੀਰ ਹੈ। ਤੇ ਜਿਸ ਬੰਦੇ ਦੇ ਅੰਦਰ ਤ੍ਰਿਸ਼ਨਾ ਹੈ, ਕ੍ਰੋਧ ਹੈ, ਲੋਭ ਹੈ, ਉਹ ਬੰਦਾ ਕੰਗਾਲ ਹੈ। ਹੁਣ ਕਿੰਨਾ ਕੰਗਾਲ ਬੰਦਾ ਹੋਏਗਾ ਉਹ, ਜਿਹਦੀ 80-90 ਹਜ਼ਾਰ ਰੁਪਇਆ ਤੇ ਤਨਖਾਹ ਹੈ, ਉਹਦੇ ਕੋਲ ਵੱਡੀ ਕੋਠੀ ਵੀ ਹੈ, ਪ੍ਰੋਪਰਟੀ ਵੀ ਹੈ, ਤੇ ਫਿਰ ਵੀ 250-300-400 ਰੁਪਇਆ ਦਿਹਾੜੀ ਕਰਨ ਵਾਲੇ ਬੰਦੇ ਤੋਂ ਰਿਸ਼ਵਤ ਲੈ ਰਿਹਾ ਹੈ। ਉਸ ਤੋਂ ਕੰਗਾਲ ਬੰਦਾ ਕੌਣ ਹੋ ਸਕਦਾ ਹੈ? ਉਸ ਤੋਂ ਕੰਗਾਲ ਬੰਦਾ ਕੌਣ ਹੋ ਸਕਦਾ ਹੈ ਜੋ ਧੀਆਂ ਭੈਣਾਂ ਵਾਲਿਆਂ ਤੋਂ ਦਾਜ ਔਰ ਦਹੇਜ ਆਦਿ ਦੀ ਮੰਗ ਕਰਦਾ ਹੈ ਕਿ ਸਾਡਾ 500 ਬੰਦਾ ਹੈ ਵੀ ਇਹਦੀ ਚੰਗੀ ਮੀਟ ਸ਼ਰਾਬ ਦੀ ਸੇਵਾ ਕਰਦੇ ਆ, ਯਾਨੀ 15-20 ਲੱਖ ਰੁਪਇਆ ਇਹਨਾਂ ਤੇ ਲਾ ਦੇ। ਤੇ ਕੰਗਾਲ ਹੋ ਸਕਦਾ ਕੋਈ ਜਿਹੜਾ ਰੋਟੀ ਵੀ ਮੰਗ ਕੇ ਖਾ ਰਿਹਾ? ਇਹੋ ਹੀ ਕੰਗਾਲੀ ਹੈ ਮਨ ਦੀ। ਤਾਂ ਗੁਰੂ ਜੀ ਕਹਿੰਦੇ ਨੇ, ਰੱਬ ਜਿਹੜਾ ਹੈ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਜਿਨ੍ਹਾਂ ਦੇ ਅੰਦਰ ਮਾਨਸਿਕ ਗਰੀਬੀ ਹੈ, ਜੇ ਉਹ ਪ੍ਰਭੂ ਦੇ ਚਰਨਾਂ ਦੀ ਸ਼ਰਨ ਲੈਣ ਤਾਂ ਉਹ ਇੱਕ ਪਲ ਦੇ ਅੰਦਰ ਅਮੀਰ ਹੋ ਜਾਂਦੇ ਨੇ, ਉਹ ਇੱਕ ਪਲ ਦੇ ਵਿੱਚ ਬਾਦਸ਼ਾਹ ਹੋ ਸਕਦੇ ਨੇ। ਜਿਵੇਂ ਸਾਡੇ ਵਿੱਚ, ਮੰਨ ਲਓ ਮੇਰੇ ਵਿੱਚ ਔਗਣ ਨੇ, ਤਾਂ ਜੇ ਮੈਂ ਪ੍ਰਭੂ ਦੇ ਚਰਨਾਂ ਦੀ ਸ਼ਰਨ ਲਵਾਂ ਤੇ ਹੁਣ ਮੈਂ ਗੁਣਾਂ ਦਾ ਧਾਰਨੀ ਹੋ ਜਾਵਾਂ, ਤਾਂ ਹੁਣ ਮੈਂ ਇੱਕ ਪਲ ਦੇ ਅੰਦਰ ਹੀ ਰਾਜਾ ਹੋ ਸਕਦਾ, ਬਾਦਸ਼ਾਹ ਹੋ ਸਕਦਾ, ਆਪਣੇ ਮਨ ਦਾ ਜੇਤੂ ਹੋ ਸਕਦਾ ਹਾਂ, ਕਿਉਂਕਿ ਰੱਬ ਗਰੀਬ ਨਿਵਾਜ ਹੈ। ਇਸ ਲਈ ਸਾਨੂੰ ਨਿਰਾਸ਼ ਹੋਣ ਦੀ ਲੋੜ ਨਹੀਂ, ਸਾਨੂੰ ਆਸ਼ਾਵਾਦੀ ਬਣਾ ਰਹੇ ਨੇ ਕਿ ਜੇ ਜ਼ਿੰਦਗੀ ਦੇ ਅੰਦਰ ਕਿਤੇ ਐਸੀ ਮਾਨਸਿਕ ਬੌਧਿਕ ਗਰੀਬੀ ਹੈ ਤਾਂ ਰੱਬੀ ਹੁਕਮ ਦੇ ਅੰਦਰ ਤੁਰੋ, ਤੁਹਾਡੀ ਇਹ ਮਾਨਸਿਕ ਗਰੀਬੀ ਇੱਕ ਪਲ ਦੇ ਅੰਦਰ ਹੀ ਖਤਮ ਹੋ ਜਾਏਗੀ। ਜਾਕਾ ਦ੍ਰਿਸ਼ਟ ਕਛੂ ਨਾ ਆਵੇ, ਜਿਸ ਦਾ ਕੁਝ ਵੀ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਜਿਹਦਾ ਕੋਈ ਗੁਣ ਨਜ਼ਰ ਹੀ ਨਹੀਂ ਆਉਂਦਾ। ਮੰਨ ਲਓ ਮੈਂ ਹੀ ਹਾਂ, ਤਾਂ ਮੇਰੇ ਵਿੱਚ ਹੁਣ ਕੋਈ ਗੁਣ ਨਹੀਂ ਹੈ, ਤਾਂ ਮੇਰਾ ਕੋਈ ਗੁਣ ਨਜ਼ਰ ਹੀ ਨਹੀਂ ਆਏਗਾ ਨਾ, ਕਿਉਂਕਿ ਗੁਣ ਹੈ ਹੀ ਨਹੀਂ। ਜੇ ਮੇਰੇ ਵਿੱਚ ਕੋਈ ਗੁਣ ਹੀ ਨਹੀਂ ਹੈ ਤੇ ਨਜ਼ਰ ਕਿੱਥੋਂ ਆਉਣਾ ਹੈ? ਨਜ਼ਰ ਤਾਂ ਆਏਗਾ ਨਾ ਜੇ ਮੇਰੇ ਵਿੱਚ ਗੁਣ ਹੋਣਗੇ, ਮੈਂ ਉਹਨਾਂ ਗੁਣਾਂ ਦੀ ਵਰਤੋਂ ਕਰਾਂਗਾ। ਮੈਂ ਮਿੱਠਾ ਬੋਲਦਾ ਹਾਂ, ਜੇ ਮੇਰੇ ਅੰਦਰ ਮਿੱਠਾ ਬੋਲਣ ਦਾ ਗੁਣ ਹੈ, ਮੈਂ ਮਿੱਠਾ ਬੋਲਾਂਗਾ ਤਾਂ ਹੀ ਨਜ਼ਰੀ ਆਏਗਾ ਨਾ। ਜੇ ਮੇਰੇ ਅੰਦਰ ਸੰਤੋਖ ਹੋਏਗਾ ਤਾਂ ਹੀ ਨਜ਼ਰੀ ਆਏਗਾ। ਤਾਂ ਜਾਕਾ ਦ੍ਰਿਸ਼ਟ ਕਛੂ ਨਾ ਆਵੇ, ਜਿਸ ਮਨੁੱਖ ਦਾ ਕੋਈ ਵੀ ਗੁਣ ਨਜ਼ਰੀ ਨਹੀਂ ਪੈਂਦਾ, ਜਿਹਦੇ ਅੰਦਰ ਕੋਈ ਗੁਣ ਹੀ ਨਹੀਂ ਹੈ, ਤਿਸ ਤਤਕਾਲ ਦਹਿਦਿਸ ਪ੍ਰਗਟਾਵੇ। ਜੇ ਉਹ ਪ੍ਰਭੂ ਦੀ ਸ਼ਰਨ ਵਿੱਚ ਆ ਜਾਏ ਨਾ, ਜੇ ਉਹ ਰੱਬੀ ਰਜਾ ਵਿੱਚ ਤੁਰਨ ਲੱਗ ਜਾਏ, ਤਾਂ ਇੱਕ ਪਲ ਦੇ ਅੰਦਰ ਹੀ ਉਹਨੂੰ 10 ਦਿਸ਼ਾ ਵਿੱਚ ਉੱਗਾ ਕਰ ਦਿੰਦਾ, ਉਹਨੂੰ ਪ੍ਰਗਟ ਕਰ ਦਿੰਦਾ ਹੈ ਸੰਸਾਰ ਦੇ ਅੰਦਰ, ਕਿਉਂਕਿ ਉਹਦੇ ਅੰਦਰ ਫਿਰ ਗੁਣ ਪ੍ਰਗਟ ਹੋ ਜਾਂਦੇ ਨੇ ਔਰ ਉਹ ਗੁਣਾ ਕਰਕੇ ਮਸ਼ਹੂਰ ਹੋ ਜਾਂਦਾ। ਉਹਦੇ ਸਾਰੇ ਗੁਣ ਫਿਰ ਨਜ਼ਰੀ ਆਉਣ ਲੱਗ ਜਾਂਦੇ ਨੇ, ਉਹਦੇ ਅੰਦਰ ਗੁਣ ਪੈਦਾ ਹੋ ਜਾਂਦੇ ਨੇ, ਜੋ ਵੀ ਰੱਬ ਦੀ ਰਜਾ ਵਿੱਚ ਤੁਰੇਗਾ। ਮੰਨ ਲਓ ਅਸੀਂ ਗੁਰਬਾਣੀ ਅਨੁਸਾਰ ਜ਼ਿੰਦਗੀ ਨਹੀਂ ਜੀ ਰਹੇ,
ਤਾਂ ਸਾਡੇ ਰਿਸ਼ਤੇਦਾਰਾਂ, ਸੱਜਣਾ ਮਿੱਤਰਾਂ, ਸਮਾਜ ਨੂੰ, ਜਿੱਥੇ ਵੀ ਅਸੀਂ ਜ਼ਿੰਦਗੀ ਜੀ ਰਹੇ ਹਾਂ, ਉਹਨਾਂ ਨੂੰ ਸਾਡੇ ਵਿੱਚ ਕੋਈ ਗੁਣ ਨਜ਼ਰ ਹੀ ਨਹੀਂ ਪਵੇਗਾ, ਕਿਉਂਕਿ ਹੈ ਹੀ ਨਹੀਂ। ਤੇ ਜੇ ਅਸੀਂ ਰੱਬੀ ਗੁਣਾਂ ਦੇ ਧਾਰਨੀ ਹੋ ਜਾਈਏ, ਅਸੀਂ ਰੱਬੀ ਗੁਣਾਂ ਮੁਤਾਬਕ ਜ਼ਿੰਦਗੀ ਜੀਣਾ ਸ਼ੁਰੂ ਕਰ ਦਈਏ, ਤਾਂ ਫਿਰ ਕੀ ਹੋਏਗਾ? ਇੱਕ ਪਲ ਦੇ ਅੰਦਰ ਹੀ ਪਤਾ ਲੱਗ ਜਾਣਾ ਕਿ ਸਾਡੇ ਸੰਸਾਰ ਦੇ ਅੰਦਰ ਕੋਈ ਬੰਦਾ ਯਾਰ ਬਦਲ ਗਿਆ ਹੈ। ਫਲਾਂ ਬੰਦੇ ਨੇ ਅੰਮ੍ਰਿਤ ਛਕ ਲਿਆ, ਅੱਛਾ ਏਡਾ ਵੱਡਾ ਸ਼ਰਾਬੀ ਬੰਦਾ ਉਹ ਸ਼ਰਾਬ ਛੱਡ ਗਿਆ, ਕਮਾਲ ਹੈ ਯਾਰ, ਇੱਕ ਪਲ ਦੇ ਵਿੱਚ ਹੀ ਬਦਲ ਗਿਆ ਨਾ। ਤਾਂ ਅਸਲ ਦੇ ਅੰਦਰ ਪਲ ਹੀ ਲੱਗਦਾ ਹੈ ਜ਼ਿੰਦਗੀ ਨੂੰ ਬਦਲਣ ਲਈ। ਜੇ ਕੋਈ ਬਦਲਣਾ ਚਾਹੇ ਤਾਂ, ਜੇ ਅਸੀਂ ਗਲਤ ਐਗਜ਼ਿਟ ਲੈ ਲਿਆ ਹੈ ਤਾਂ ਅਸੀਂ ਯੂ ਟਰਨ ਲੈ ਲਈਏ ਤਾਂ ਇੱਕ ਪਲ ਹੀ ਲੱਗਦਾ ਹੈ ਨਾ ਯੂ ਟਰਨ ਲੈਣ ਲਈ। ਯੂ ਟਰਨ ਲੈ ਲਓ, ਵਾਪਸ ਆਪਣੀ ਮੰਜ਼ਿਲ ਵੱਲ ਵੱਧ ਜਾਓਗੇ। ਤਾਂ ਗੁਰੂ ਜੀ ਕਹਿੰਦੇ ਨੇ, ਜਿਸ ਦਾ ਕੋਈ ਵੀ ਗੁਣ ਨਜ਼ਰੀ ਨਹੀਂ ਪੈਂਦਾ, ਜਿਸ ਦੇ ਅੰਦਰ ਕੋਈ ਗੁਣ ਨਹੀਂ ਹੈ, ਜੇ ਉਹ ਰੱਬ ਦੀ ਸ਼ਰਨ ਵਿੱਚ ਆ ਜਾਏ ਤਾਂ ਰੱਬ ਉਹਦੇ ਅੰਦਰ ਗੁਣ ਪ੍ਰਗਟ ਕਰ ਦਿੰਦਾ ਹੈ। ਉਹ ਸੰਸਾਰ ਵਿੱਚ ਉੱਗਾ ਹੋ ਜਾਂਦਾ ਹੈ, ਉਹਨੂੰ ਸੰਸਾਰ ਵਿੱਚ ਮਾਨ ਆਦਰ ਸਤਿਕਾਰ ਮਿਲਦਾ ਹੈ। ਜਾਕੋ ਆਪਣੀ ਕਰੇ ਬਖਸ਼ੀਸ਼, ਜਿਹਦੇ ਤੇ ਰੱਬ ਆਪਣੀ ਬਖਸ਼ਿਸ਼ ਕਰਦਾ ਹੈ। ਹੁਣ ਬਖਸ਼ਿਸ਼ ਕਿਹਦੇ ਤੇ ਕਰੇਗਾ? ਜੋ ਰੱਬ ਦੀ ਰਜ਼ਾ ਵਿੱਚ ਤੁਰੇਗਾ, ਜੋ ਰੱਬ ਦੀ ਬਖਸ਼ਿਸ਼ ਦਾ ਪਾਤਰ ਬਣੇਗਾ। ਦੇਖੋ, ਰੱਬ ਨੇ ਸਾਡੇ ਸਾਰਿਆਂ ਤੇ ਬਖਸ਼ਿਸ਼ ਕੀਤੀ ਹੋਈ ਹੈ। ਸਾਨੂੰ ਅੱਖਾਂ ਦਿੱਤੀਆਂ ਨੇ, ਕੰਨ ਦਿੱਤੇ ਨੇ, ਜ਼ਬਾਨ ਦਿੱਤੀ ਹੈ, ਸੋਹਣਾ ਸਰੀਰ ਦਿੱਤਾ ਹੈ। ਅਸੀਂ ਆ ਕੈਨੇਡਾ, ਇੰਗਲੈਂਡ ਵਰਗੇ ਦੇਸ਼ਾਂ ਦੇ ਅੰਦਰ ਪੱਕੇ ਹਾਂ, ਸਾਡੇ ਕੋਲ ਘਰ ਵਗੈਰਾ ਸਾਰਾ ਕੁਛ ਹੈ। ਇਸ ਤੋਂ ਵੱਡੀ ਬਖਸ਼ਿਸ਼ ਹੁਣ ਕੀ ਹੋਏਗੀ? ਪਰ ਹੁਣ ਜੇ ਕੋਈ ਇਸ ਬਖਸ਼ਿਸ਼ ਦੀ ਵਰਤੋਂ ਹੀ ਨਾ ਕਰੇ, ਰੱਬ ਨੇ ਅੱਖਾਂ ਦਿੱਤੀਆਂ ਨੇ ਤਾਂ ਇਹਨਾਂ ਅੱਖਾਂ ਦੇ ਨਾਲ ਰੱਬ ਦੇ ਦਰਸ਼ਨ ਕਰੋ ਜਗਤ ਵਿੱਚ। ਇਹ ਵੀ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਲੇਕਿਨ ਜੇ ਇਸ ਬਖਸ਼ਿਸ਼ ਦੀ ਕੋਈ ਵਰਤੋਂ ਹੀ ਗਲਤ ਕਰੇ ਕਿ ਮੇਰ ਤੇਰ ਦੇ ਵਿਤਕਰਿਆਂ ਦੇ ਨਾਲ ਵੇਖੇ ਤੇ ਅੱਖਾਂ ਪਾੜ ਪਾੜ ਕੇ ਕਰੋਧ ਨਾਲ ਵੇਖੇ, ਬਖਸ਼ਿਸ਼ ਤੋਂ ਵਾਂਝਾ ਆਪ ਰਹਿ ਰਿਹਾ ਨਾ। ਰੱਬ ਨੇ ਜ਼ਬਾਨ ਦਿੱਤੀ ਹੈ ਤੇ ਬਖਸ਼ਿਸ਼ ਤੇ ਕੀਤੀ ਹੋਈ ਹੈ, ਤੇ ਹੁਣ ਇਸ ਬਖਸ਼ਿਸ਼ ਦੀ ਵਰਤੋਂ ਕਰੋ। ਮਿੱਠਾ ਬੋਲੋ, ਪਿਆਰਾ ਬੋਲੋ, ਸੱਚੇ ਬੋਲੋ, ਔਰ ਪॉजिटिव बोल बोलो, सकारात्मक बोल बोलो। पर मैं हुण आप ही इस बख्शिश का धारनी नहीं है, ਤਾਂ ਇਹਦਾ ਮਤਲਬ ਜਿਹੜਾ ਰੱਬ ਦੀ ਰਜ਼ਾ ਵਿੱਚ ਤੁਰੇਗਾ ਉਹਦੇ ਤੇ ਬਖਸ਼ਿਸ਼ ਹੋਏਗੀ, ਉਹ ਬਖਸ਼ਿਸ਼ ਦਾ ਪਾਤਰ ਬਣੇਗਾ। ਤੇ ਜਿਹੜਾ ਉਹਦੀ ਬਖਸ਼ਿਸ਼ ਦਾ ਪਾਤਰ ਬਣ ਜਾਏਗਾ, ਤਾਕਾ ਲੇਖਾ ਨਾ ਗਨੇ ਜਗਦੀਸ਼, ਫਿਰ ਉਹਦੇ ਕਰਮਾਂ ਦਾ ਲੇਖਾ ਜੋਖਾ ਨਹੀਂ ਗਿਣਿਆ ਜਾਂਦਾ। ਉਹਦੇ ਕਰਮਾਂ ਦੇ ਲੇਖੇ ਜੋਖੇ ਨਿਬੜ ਜਾਂਦੇ ਨੇ, ਮੁੱਕ ਜਾਂਦੇ ਨੇ। ਇਹਨੂੰ ਥੋੜਾ ਜਿਹਾ ਸਮਝ ਲੈਣਾ। ਮੰਨ ਲਓ ਹੁਣ ਤੱਕ ਮੈਂ ਆਪਣੇ ਸੁਭਾਅ ਕਰਕੇ, ਆਪਣੇ ਬਿਹੇਵੀਅਰ ਕਰਕੇ ਦੁਖੀ ਹਾਂ, ਮੇਰੀ ਆਪਣੇ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਦੇ ਨਾਲ ਬਣ ਨਹੀਂ ਆ ਰਹੀ, ਮੈਂ ਦੁਖੀ ਹਾਂ। ਲੇਕਿਨ ਜੇ ਅੱਜ ਤੋਂ ਲੈ ਕੇ ਮੈਂ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣੀ ਸ਼ੁਰੂ ਕਰ ਦਿਆਂ ਤਾਂ ਮੇਰੇ ਪਿਛਲੇ ਕਰਮ ਖਤਮ ਹੋ ਜਾਣਗੇ, ਅੱਗੋਂ ਮੇਰੀ ਬਣ ਆ ਜਾਏਗੀ, ਅੱਗੋਂ ਬਣ ਆ ਜਾਏਗੀ। ਕਦੇ ਇਹ ਨਹੀਂ ਸੋਚਿਆ ਜਾਂਦਾ ਕਿ ਪਹਿਲਾਂ ਇਹ ਸੀ ਤੇ ਹੁਣ ਇਹ ਤਾਂ ਐਵੇਂ ਹੋ ਵੀ ਨਹੀਂ ਸਕਦਾ। ਇਸ ਤਰ੍ਹਾਂ ਨਹੀਂ ਕਦੇ ਹੁੰਦਾ। ਮੰਨ ਲਓ ਕੋਈ ਸਟੂਡੈਂਟ ਹੈ ਤੇ ਜੇ ਉਹ ਫੇਲ ਹੋ ਗਿਆ ਇੱਕ ਵਾਰੀ, ਤਾਂ ਇਹਦਾ ਮਤਲਬ ਇਹ ਥੋੜੀ ਕਿ ਵਾਰ-ਵਾਰ ਫੇਲ ਹੀ ਹੋਈ ਜਾਏਗਾ। ਜੇ ਉਹ ਮਿਹਨਤ ਕਰੇ ਤਾਂ ਪਾਸ ਹੋ ਸਕਦਾ ਹੈ। ਫਿਰ ਉਹ ਜਿਹੜਾ ਪਿੱਛੇ ਫੇਲ ਹੋਇਆ ਸੀ ਉਹਦਾ ਲੇਖਾ ਜੋਖਾ ਨਹੀਂ ਹੋਏਗਾ ਕਿ ਪਿੱਛੋਂ ਫੇਲ ਹੋਇਆ ਹੈ ਇਸ ਲਈ ਇਹਨੂੰ ਪਾਸ ਕਰਨਾ ਹੀ ਨਹੀਂ। ਐਵੇਂ ਨਹੀਂ ਹੁੰਦਾ। ਜੇ ਉਹ ਬੰਦਾ ਮਿਹਨਤ ਕਰੇਗਾ ਤਾਂ ਅੱਗੇ ਪਾਸ ਹੋ ਜਾਏਗਾ। ਹੋ ਸਕਦਾ ਹੈ ਉਹ ਦੂਜੇ ਵਿਦਿਆਰਥੀਆਂ ਦੇ ਨਾਲੋਂ ਬਹੁਤ ਅੱਗੇ ਲੰਘ ਜਾਵੇ। ਤਾਂ ਇਸ ਲਈ ਜਿਹੜੇ ਪਿਛਲੇ ਕਰਮ ਨੇ ਉਹ ਉਦੋਂ ਖਤਮ ਹੋ ਜਾਂਦੇ ਨੇ ਜਦੋਂ ਅਸੀਂ ਚੰਗੇ ਰਾਹਾਂ ਤੇ ਤੁਰਨਾ ਸ਼ੁਰੂ ਕਰ ਦਿੰਦੇ ਹਾਂ। ਜੀਓ ਪਿੰਡ ਸਭ ਤਿਸ ਕੀ ਰਾਸ। ਜੀਓ ਦਾ ਮਤਲਬ ਜਿੰਦ, ਰਾਸ ਦਾ ਮਤਲਬ ਪੂੰਜੀ, ਪਿੰਡ ਦਾ ਮਤਲਬ ਸਰੀਰ। ਇਹ ਜਿੰਦ, ਇਹ ਸਰੀਰ ਔਰ ਇਹ ਰਾਸ ਪੂੰਜੀ ਸਾਰੀ ਪ੍ਰਭੂ ਦੀ, ਯਾਨੀ ਸਾਡਾ ਤਨ ਮਨ ਧਨ ਇਹ ਸਭ ਪ੍ਰਭੂ ਦਾ ਹੈ। ਹੁਣ ਇੱਕ ਅਸੀਂ ਕਹਿ ਤੇ ਦਿੰਦੇ ਹਾਂ, ਤੂੰ ਠਾਕੁਰ ਤੂੰ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਅਸੀਂ ਰੋਜ਼ ਕਹਿੰਦੇ ਹਾਂ। ਹੁਣ ਅਸਲ ਦੇ ਵਿੱਚ ਤੇ ਪ੍ਰੋਮਿਸ ਸੀ ਕਿ ਇਹ ਰੱਬਾ ਹੈ ਜੋ ਤਨ ਮਨ ਧਨ ਸਾਰੀ ਤੇਰੀ ਰਾਸ ਪੂੰਜੀ ਹੈ। ਹੁਣ ਅਸੀਂ ਕਹਿ ਰਹੇ ਹਾਂ ਜੀਓ ਪਿੰਡ ਸਭ ਤਿਸ ਕੀ ਰਾਸ, ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਕਥਾ ਕਰ ਰਹੇ ਹਾਂ, ਲੇਕਿਨ ਮੰਨਿਆ ਕਿੰਨਾ ਨੇ ਹੈ ਉਹ ਇੱਕ ਵੱਖਰਾ ਟੌਪਿਕ ਹੈ। ਮੈਂ ਇਹਦੀ ਵਿਆਖਿਆ ਕਰ ਰਿਹਾ, ਪੜ੍ਹ ਰਿਹਾ, ਤੁਸੀਂ ਇਹਦੀ ਵਿਆਖਿਆ ਸੁਣ ਰਹੇ ਹੋ। ਬੜਾ ਚੰਗਾ ਕੰਮ ਹੈ ਕਿ ਅਸੀਂ ਵਿਆਖਿਆ ਕਰ ਰਹੇ ਹਾਂ, ਵਿਆਖਿਆ ਸੁਣ ਰਹੇ ਹਾਂ, ਪੜ੍ਹ ਰਹੇ ਹਾਂ, ਪਾਠ ਸੁਣ ਰਹੇ ਹਾਂ।
लेकिन ਇਹਦੇ ਤੇ ਅਮਲ ਕਿੰਨਾ ਨੇ ਕੀਤਾ ਹੈ ਜ਼ਰੂਰੀ ਨਹੀਂ ਕਿ ਮੈਂ ਅਮਲ ਵੀ ਕੀਤਾ ਹੋਵੇ ਜਾਂ ਤੁਸੀਂ ਸਾਰਿਆਂ ਨੇ ਅਮਲ ਕਰ ਲਿਆ ਹੋਵੇ। ਗੱਲ ਇਹ ਹੈ ਕਿ ਇਹਨੂੰ ਅਸੀਂ ਸਮਝਣਾ ਹੈ। ਜੇ ਅਸੀਂ ਇਸ ਕਸਵੱਟੀ ਤੇ ਪੂਰੇ ਉਤਰਦੇ ਹਾਂ ਤਾਂ ਵਧੀਆ, ਜੇ ਨਹੀਂ ਤਾਂ ਸਾਨੂੰ ਪੂਰੇ ਉਤਰਨਾ ਚਾਹੀਦਾ। ਹੁਣ ਸਰੀਰ ਰੱਬ ਦਾ ਹੈ ਤੇ ਰੱਬ ਦੇ ਸਰੀਰ ਦੀ ਵਰਤੋਂ ਕਿਵੇਂ ਕਰੋਗੇ? ਰੱਬ ਦਾ ਸਰੀਰ ਹੈ ਤੇ ਰੱਬ ਦੇ ਸਰੀਰ ਦੇ ਨਾਲ ਕਿਵੇਂ ਵਰਤੋਗੇ? ਰੱਬ ਸਾਰਾ ਦਿਨ ਚੁਗਲੀ ਕਰੇਗਾ ਕਿਸੇ ਦੀ? ਜਿਹੜੀ ਹੁਣ ਘਟਨਾ ਦੀ ਤੁਸੀਂ ਜ਼ਿਕਰ ਕਰ ਰਹੇ ਸੀ ਅਮਰੀਕਾ ਵਾਲੀ, ਕਿ ਰੱਬ ਕਿਰਪਾਨ ਕੱਢ ਕੇ ਦੂਜੇ ਨੂੰ ਮਾਰੇਗਾ, ਰੱਬ ਸ਼ਰਾਬ ਪੀਏਗਾ। ਤਾਂ ਇਹ ਸਰੀਰ ਦੀ ਵਰਤੋਂ ਅਸੀਂ ਰੱਬ ਦੇ ਵਰਗੀ ਕਰਨੀ ਵੀ ਰੱਬ ਦਾ ਸਰੀਰ ਹੈ, ਇਹਨੂੰ ਉਵੇਂ ਵਰਤਣਾ ਹੈ ਰੱਬ ਦੀ ਰਜ਼ਾ ਵਿੱਚ। ਮਨ ਰੱਬ ਦਾ ਹੋ ਗਿਆ ਤੇ ਰੱਬ ਦਾ ਜੀ ਕਰੇਗਾ ਕਿ ਅੱਜ ਮੈਂ ਫਿਲਮ ਦੇਖ ਆਵਾਂ, ਰੱਬ ਦਾ ਜੀ ਕਰੇਗਾ ਕਿ ਅੱਜ ਸ਼ਾਮ ਨੂੰ ਮੈਂ ਕੋਈ 2 ਪੈਗ ਲਾ ਲਵਾਂ? ਨਹੀਂ ਕਰੇਗਾ। ਰੱਬ ਦਾ ਜੀ ਕਰੇਗਾ ਕਿ ਮੈਂ ਬੰਬ ਧਮਾਕਾ ਕਰ ਆਵਾਂ, ਅੱਜ ਕੋਈ 4 ਬੰਦੇ ਹੀ ਮਾਰ ਆਵਾਂ ਜਾਂ ਰਿਸ਼ਵਤ ਲੈ ਲਵਾਂ? ਤਾਂ ਇਹਦਾ ਮਤਲਬ ਇਹ ਮਨ ਰੱਬ ਦਾ ਹੈ, ਤਾਂ ਮਨ ਦੇ ਅੰਦਰ ਵਿਚਾਰ ਵੀ ਰੱਬ ਵਾਲੇ ਹੋਣੇ ਚਾਹੀਦੇ ਨੇ। ਅਸੀਂ ਮਨ ਰੱਬ ਨੂੰ ਅਰਪਣ ਕਰ ਦਿੱਤਾ ਹੈ, ਗੁਰੂ ਨੂੰ ਅਰਪਣ ਕਰ ਦਿੱਤਾ ਹੈ। ਰਾਸ ਪੂੰਜੀ ਰੱਬ ਦੀ ਹੈ। ਹੁਣ ਦੇਖੋ, ਰਾਸ ਪੂੰਜੀ ਜੋ ਸਾਡੇ ਕੋਲ ਘਰ ਹੈ, ਪ੍ਰੋਪਰਟੀ ਹੈ, ਪੈਸਾ ਹੈ, ਇਹ ਅਸੀਂ ਮੰਨਦੇ ਹਾਂ ਕਿ ਰੱਬ ਦਾ ਹੈ। ਘਰ ਰੱਬ ਦਾ ਹੈ, ਪ੍ਰੋਪਰਟੀ ਰੱਬ ਦੀ ਹੈ, ਰੱਬ ਦੀ ਦਾਤ ਹੈ, ਗੁਰੂ ਦੀ ਦਾਤ ਹੈ। ਜੋ ਕੁਛ ਹੈ ਸੋ ਤੇਰਾ ਵਾਲੀ ਭਾਵਨਾ ਦੇ ਹੋਵੇ ਤਾਂ ਦੇਖੋ, ਇਸ ਚੀਜ਼ ਨੂੰ ਸਮਝਣ ਵਾਸਤੇ ਕੀ ਅਸੀਂ ਗੁਰਦੁਆਰਾ ਸਾਹਿਬ ਸ਼ਰਾਬ ਪੀ ਕੇ ਆ ਸਕਦੇ ਹਾਂ ਜਾਂ ਨਸ਼ਾ ਕਰਕੇ ਆ ਸਕਦੇ ਹਾਂ? ਨਹੀਂ ਨਾ, ਕਿਉਂਕਿ ਰੱਬ ਦਾ ਘਰ ਹੈ ਨਾ। ਤੇ ਜਿਹੜਾ ਹੁਣ ਸਾਡਾ ਆਪਣਾ ਘਰ ਹੈ, ਜਦੋਂ ਅਸੀਂ ਜੀਓ ਪਿੰਡ ਸਭ ਤਿਸ ਕੀ ਰਾਸ ਪੂੰਜੀ ਰੱਬ ਦੀ ਹੈ, ਤਾਂ ਫਿਰ ਆਪਣੇ ਘਰ ਅਸੀਂ ਸ਼ਰਾਬ ਕਿਉਂ ਪੀਵਾਂਗੇ? ਕਿਉਂਕਿ ਸਾਡਾ ਆਪਣਾ ਹੈ ਨਹੀਂ ਨਾ, ਰੱਬ ਦਾ ਹੈ ਨਾ ਦਿੱਤਾ। ਫਿਰ ਰੱਬ ਦੇ ਘਰ ਦੇ ਵਿੱਚ ਕਿਵੇਂ ਵਰਤੋਗੇ ਇੱਕ ਦੂਜੇ ਦੇ ਨਾਲ? ਰੱਬ ਦੇ ਘਰ ਦੇ ਅੰਦਰ ਫਿਰ ਕਿਵੇਂ ਨਫ਼ਰਤ ਫੈਲੇਗੀ? ਫਿਰ ਤਾਂ ਅਸੀਂ ਜਿਵੇਂ ਗੁਰਦੁਆਰਾ ਸਾਹਿਬ ਰਹਿੰਦੇ ਹਾਂ, ਘਰ ਵਿੱਚ ਵੀ ਰਹਾਂਗੇ, ਸੰਸਾਰ ਵੀ ਰੱਬ ਦਾ ਹੋਏਗਾ। ਤਾਂ ਗੁਰੂ ਜੀ ਕਹਿੰਦੇ ਨੇ, ਜੀਓ ਪਿੰਡ ਸਭ ਤਿਸ ਕੀ ਰਾਸ, ਇਹ ਸਾਰੀ ਰਾਸ ਪੂੰਜੀ, ਜਿੰਦ ਜਾਨ, ਇਹ ਸਭ ਰੱਬ ਦਾ ਦਿੱਤਾ ਹੋਇਆ ਹੈ। ਇਹਨੂੰ ਰੱਬ ਦਾ ਦਿੱਤਾ ਹੋਇਆ ਸਮਝੋ। ਜੋ ਰੱਬ ਦਾ ਦਿੱਤਾ ਹੋਇਆ ਸਮਝ ਕੇ ਦੀ ਵਰਤੋਂ ਕਰਨਗੇ, ਉਹਨਾਂ ਦੇ ਜੀਵਨ ਵਿੱਚ ਸੁੱਖ ਪੈਦਾ ਹੋਏਗਾ। ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਪ੍ਰਗਾਸ ਦਾ ਮਤਲਬ ਜਲਵਾ, ਘਟ ਘਟ ਦਾ ਮਤਲਬ ਹਰੇਕ ਹਿਰਦੇ ਵਿੱਚ, ਹਰੇਕ ਸਰੀਰ ਵਿੱਚ। ਪੂਰਨ ਦਾ ਮਤਲਬ ਵਿਆਪਕ। ਹਰ ਸਰੀਰ ਦੇ ਅੰਦਰ ਉਹ ਪ੍ਰਭੂ ਦਾ ਪ੍ਰਕਾਸ਼ ਹੈ, ਜਲਵਾ ਹੈ, ਰੋਸ਼ਨ ਹੈ, ਉਹ ਦਿਸ ਰਿਹਾ ਹੈ। ਹਰ ਇੱਕ ਦੇ ਅੰਦਰ ਵਸ ਰਿਹਾ ਹੈ, ਹਰ ਸਰੀਰ ਵਿੱਚ ਵਸ ਰਿਹਾ ਹੈ। ਤਾਂ ਦੇਖੋ ਕਿੰਨਾ ਸੌਖੇ ਢੰਗ ਦੇ ਨਾਲ ਗੁਰਦੇਵ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਹਰ ਸਰੀਰ ਵਿੱਚ ਰੱਬ ਵਸਦਾ ਹੈ, ਉਹਦੇ ਦਰਸ਼ਨ ਅੰਦਰੋਂ ਕਰੋ। ਪਰ ਸਾਡੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਉਹ ਕਿਉਂਕਿ ਯੋਗੀਆਂ ਵਾਲੀ ਜਾਂ ਹੋਰ ਮਤਾਂ ਵਾਲੀ ਹੈ, ਇਸ ਲਈ ਅਸੀਂ ਆਪਣੇ ਅੰਦਰੋਂ ਰੱਬ ਨੂੰ ਵੇਖਣ ਦੇ ਯਤਨ ਵੀ ਉਹਨਾਂ ਲੋਕਾਂ ਦੀ ਤਰ੍ਹਾਂ ਕਰ ਰਹੇ ਹਾਂ ਕਿ ਦਸਮ ਦੁਆਰ ਵਿੱਚ ਪ੍ਰਾਣ ਚੜਾ ਲਓ, ਸਮਾਧੀ ਲਾ ਲਓ। ਹੁਣ ਰੱਬ ਤੁਹਾਡੇ ਅੰਦਰ ਹੈ, ਤਾਂ ਜਿੱਥੇ ਰੱਬ ਹੋਏਗਾ ਉੱਥੇ ਰੱਬ ਦੇ ਗੁਣ ਵੀ ਹੋਣਗੇ, ਰੱਬ ਦਾ ਸੁਭਾਅ ਵੀ ਹੋਏਗਾ ਨਾ। ਤਾਂ ਇਹਦਾ ਮਤਲਬ ਰੱਬ ਅੰਦਰ ਗੁਣਾ ਕਰਕੇ ਵਸ ਰਿਹਾ ਹੈ। ਜਿਵੇਂ ਆਪਾਂ ਰੋਜ਼ ਇਹ ਵਿਚਾਰ ਕਰ ਰਹੇ ਹਾਂ ਕਿ ਹਰ ਇਨਸਾਨ ਦੇ ਅੰਦਰ ਗੁਣ ਮੌਜੂਦ ਨੇ, ਸੱਚਾਈ ਵੀ, ਦਇਆ ਵੀ, ਪ੍ਰੇਮ ਵੀ, ਨਿਰਭੈਤਾ, ਨਿਰਵੈਰਤਾ ਵੀ। ਇਹ ਸਾਰੇ ਗੁਣ ਅੰਦਰ ਮੌਜੂਦ ਨੇ, ਉਹਨਾਂ ਦਾ ਪ੍ਰਕਾਸ਼ ਹੈ, ਯਾਨੀ ਵਸ ਰਹੇ ਨੇ। ਉਹਨਾਂ ਨੂੰ ਯੋਗ ਕਰੋ, ਉਹਨਾਂ ਦੀ ਵਰਤੋਂ ਕਰੋ, ਉਹਨਾਂ ਨੂੰ ਆਪਣੇ ਅੰਦਰੋਂ ਵੇਖੋ, ਉਹਨਾਂ ਗੁਣਾਂ ਨੂੰ ਪ੍ਰਗਟ ਕਰੋ, ਰੱਬ ਵਾਲੇ ਸੁਭਾਅ ਨੂੰ ਪ੍ਰਗਟ। ਆਪਣੀ ਬਣਤ ਆਪ ਬਣਾਈ। ਬਣਤ ਦਾ ਮਤਲਬ ਬਨਾਵਟ, ਆ ਜਿਹੜਾ ਆਕਾਰ ਹੈ, ਜਗਤ ਰੂਪ ਘਾੜਤ ਹੈ। ਆਪ ਬਣਾਈ, ਆਪਣੀ ਰਚਨਾ, ਆਪਣਾ ਆਕਾਰ ਉਹਨੇ ਆਪ ਬਣਾਇਆ ਹੈ। ਬਨਾਵਟ ਦਾ ਮਤਲਬ ਆਕਾਰ। ਆਪਣੀ ਬਣਤ ਆਪ ਬਣਾਈ। ਜੋ ਆ ਜਗਤ ਰਚਨਾ ਹੈ, ਜੋ ਆਕਾਰ ਹੈ, ਰੱਬ ਨੇ ਆਪਣਾ ਆਕਾਰ ਆਪ ਬਣਾਇਆ ਹੈ। ਉਹ ਆਪ ਹੀ ਨਿਰਗੁਣ ਤੋਂ ਸਰਗੁਣ ਹੋ ਗਿਆ ਹੈ, ਉਹ ਆਪ ਹੀ ਨਿਰੰਕਾਰ ਤੋਂ ਸੰਸਾਰ ਹੋ ਗਿਆ ਹੈ, ਉਹ ਆਪ ਹੀ ਫੈਲਿਆ ਹੋਇਆ ਹੈ। ਆਪਣੀ ਰਚਨਾ ਉਸਨੇ ਆਪ ਹੀ ਬਣਾਈ ਹੈ। ਨਾਨਕ, ਇੱਥੇ ਥੋੜਾ ਜਿਹਾ ਰੁਕਣਾ ਹੈ। ਜੀਵੈ ਦੇਖ ਵਡਾਈ। ਵਡਾਈ ਦਾ ਮਤਲਬ ਵਡਿਆਈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਉਸ ਪ੍ਰਭੂ ਦੀ ਇਸ ਵਡਿਆਈ ਨੂੰ ਵੇਖ ਵੇਖ ਕੇ ਖੁਸ਼ ਹੋ ਗਿਆ ਹਾਂ, ਮਸਤਾਨਾ ਹਾਂ, ਪ੍ਰਸੰਨ ਹਾਂ। ਜਿਹੜਾ ਵੀ ਉਹਦੀ ਵਡਿਆਈ ਨੂੰ ਵੇਖੇਗਾ, ਉਹਦੇ ਹੈਰਾਨ ਕਰ ਦੇਣ ਵਾਲੇ ਕੌਤਕਾਂ ਨੂੰ ਵੇਖੇਗਾ, ਉਹਦੇ ਗੁਣਾਂ ਨੂੰ ਵੇਖੇਗਾ,
ਉਹਦੇ ਸਿਸਟਮ ਨੂੰ ਦੇਖੇਗਾ, ਜੀਵੇ ਦਾ ਮਤਲਬ ਉਹਨੂੰ ਜੀਵਨ ਮਿਲੇਗਾ, ਉਹ ਖੁਸ਼ ਹੋਏਗਾ, ਉਹਦੀ ਜ਼ਿੰਦਗੀ ਵਿੱਚ ਪ੍ਰਸੰਨਤਾ ਆਏਗੀ। ਗੁਰੂ ਜੀ ਦਾ ਪਾਵਨ ਪਵਿੱਤਰ ਬਚਨ ਹੈ ਕਿ ਅਸੀਂ ਸਾਹਿਬ ਦੇ ਹੋ ਗਏ, ਅਚਰਜ ਦੇਖ ਵਡਾਈ। ਜਦੋਂ ਅਸੀਂ ਉਸ ਮਾਲਕ ਦੇ ਹੋ ਗਏ ਤਾਂ ਫਿਰ ਕੀ ਹੋਇਆ? ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ, ਖੇੜੇ, ਪ੍ਰਸੰਨਤਾ ਪੈਦਾ ਹੋਈ। ਜ਼ਰੂਰਤ ਹੈ ਉਹਦੀ ਵਡਿਆਈ ਨੂੰ ਵੇਖਣਾ, ਉਹਦੇ ਗੁਣਾਂ ਨੂੰ ਵੇਖਣਾ। ਉਹ ਹਰ ਥਾਂ ਦੇ ਉੱਤੇ ਸਮਾਇਆ ਹੋਇਆ ਹੈ। ਇਹ ਸਾਰੇ ਕੌਤਕ ਉਹਦੇ ਨੇ, ਚਾਹੇ ਵਨਸਪਤੀ ਹੈ, ਜੀਵ ਜੰਤ ਨੇ, ਜਾਂ ਜਗਤ ਰਚਨਾ ਹੈ, ਜਾਂ ਅਸੀਂ ਖੁਦ ਹਾਂ। ਇਹ ਉਹਦੀ ਵਡਿਆਈਆਂ ਨੇ, ਉਹਦੇ ਗੁਣ ਨੇ। ਜਦੋਂ ਅਸੀਂ ਉਹਦੀ ਵਡਿਆਈ ਨੂੰ ਵੇਖਾਂਗੇ, ਉਹਦੇ ਗੁਣਾਂ ਨੂੰ ਵੇਖਾਂਗੇ, ਤਾਂ ਸਾਨੂੰ ਜੀਵਨ ਮਿਲੇਗਾ, ਤਾਂ असली जिंदगी जीवा। इसका बल ना ही इस हाथ। गुरु जी कहते ने इस प्राणी का जो ताकत है ना, शरीरक ताकत या मानसिक बौद्धिक आत्मिक ताकत, वो ये अपने हाथ विच नहीं है। ये अपनी ताकत दे नाल कुछ कर नहीं सकता। यह चीज ना समझण वाली है कि हुण देखो, असीं अपनी ताकत दे नाल बहुत कुछ कीता है। ਮਿਹਨਤ ਕਰਕੇ, ਜੇ ਅਸੀਂ ਆਮ ਬੰਦੇ ਦੀ ਗੱਲ ਕਰੀਏ ਤਾਂ ਮਿਹਨਤ ਕਰਕੇ ਕਈ ਲੋਕ ਪਹਿਲਾਂ ਗਰੀਬ ਸਨ, ਅੱਜ ਉਹ ਬੜੇ ਅਮੀਰ ਨੇ। ਮਿਹਨਤ ਕਰਕੇ ਘਰ ਬਣਾਏ ਨੇ, ਮਿਹਨਤ ਕਰਕੇ ਉਹਨਾਂ ਨੇ ਫੈਕਟਰੀਆਂ, ਕਾਰਖਾਨੇ ਲਗਾਏ ਨੇ, ਜ਼ਮੀਨਾਂ ਖਰੀਦੀਆਂ ਨੇ, ਬੜੇ ਵੱਡੇ ਵੱਡੇ ਕਾਰੋਬਾਰ ਨੇ, ਬੜਾ ਕੁਝ ਬਣਾਇਆ, ਮਿਹਨਤ ਕਰਕੇ ਬਣਾਇਆ। ਹੁਣ ਕਈ ਲੋਕ ਨੇ ਜਿਨ੍ਹਾਂ ਦੇ ਅੰਦਰ ਸਰੀਰਕ ਤਾਕਤ ਹੈ, ਉਹ ਬੜੇ ਵੱਡੇ ਬਾਕਸਰ ਨੇ, ਜਾਂ ਮਤਲਬ ਆਪਣਾ ਪਹਿਲਵਾਨ ਨੇ, ਕਬੱਡੀ ਦੇ ਪਲੇਅਰ ਨੇ, ਸਰੀਰਕ ਤਾਕਤ ਹੈ ਉਹਨਾਂ ਵਿੱਚ, ਕ੍ਰਿਕਟ ਦੇ ਦੂਜੇ ਮੈਚਾਂ ਦੇ ਅੰਦਰ ਉਹ ਜਿੱਤਦੇ ਨੇ, ਬਲ ਕਰ ਰਹੇ ਨੇ ਨਾ ਸਾਰਾ ਕੁਝ। ਜਿਨ੍ਹਾਂ ਦੇ ਅੰਦਰ ਬੌਧਿਕ ਤਾਕਤ ਹੈ, ਤਾਂ ਅਸੀਂ ਦੇਖਦੇ ਹਾਂ ਉਹਨਾਂ ਨੇ ਆਪਣੀ ਬੁੱਧੀ ਦੇ ਨਾਲ, ਦਿਮਾਗ ਦੇ ਨਾਲ ਕਿੰਨਾ ਕੁਝ ਖੋਜਿਆ ਹੈ। ਅੱਗ ਦੀ ਖੋਜ, ਪਹੀਏ ਦੀ ਖੋਜ ਤੋਂ ਲੈ ਕੇ ਅੱਜ ਬੰਦਾ ਇਲੈਕਟ੍ਰੋਨਿਕ ਯੁੱਗ ਦੇ ਅੰਦਰ ਵਿਚਰ ਰਿਹਾ ਹੈ। ਆਪਣੀ ਇਹਨੇ ਤਾਕਤ ਦੇ ਨਾਲ ਕਿੰਨਾ ਕੁਝ ਬਣਾਇਆ ਹੈ। ਜੇ ਅਸੀਂ ਧਾਰਮਿਕ ਪੁਰਸ਼ਾਂ ਦੀ ਜ਼ਿੰਦਗੀ ਵੱਲ ਝਾਤ ਮਾਰੀਏ ਤਾਂ ਧਾਰਮਿਕ ਪੁਰਸ਼ਾਂ ਦੇ ਅੰਦਰ ਕਿੰਨੀ ਵੱਡੀ ਪਾਵਰ, ਕਿੰਨੀ ਵੱਡੀ ਤਾਕਤ ਸੀ। ਉਹਨਾਂ ਆਪਣੀ ਤਾਕਤ ਦੇ ਨਾਲ ਕਿੰਨਾ ਮਹਾਨ ਜੀਵਨ ਜੀਵਿਆ ਹੈ। ਜਦੋਂ ਅਸੀਂ ਬਾਹਰੀ ਤੌਰ ਤੇ ਵੇਖਦੇ ਹਾਂ ਤਾਂ ਸਾਨੂੰ ਇਹ ਚੀਜ਼ਾਂ ਨਜ਼ਰ ਆਉਂਦੀਆਂ ਨੇ, ਪਰ ਗੁਰੂ ਜੀ ਜੋ ਕਹਿ ਰਹੇ ਨਾ, ਇਸਕਾ ਬਲ ਨਾ ਹੀ ਇਸ ਹੱਥ, ਕਿ ਇਹਦਾ ਆਪਣਾ ਤਾਕਤ ਆਪਣੇ ਹੱਥ ਵਿੱਚ ਨਹੀਂ। ਭਾਵ ਕਿ ਆਪਣੀ ਸਰੀਰਕ ਤਾਕਤ ਦੇ ਨਾਲ ਰੱਬੀ ਹੁਕਮ ਤੋਂ ਬਾਹਰ ਕੁਝ ਨਹੀਂ ਕਰ ਸਕਦਾ। ਇਹੋ ਜਿਹੀ ਦੇ ਵਿੱਚ ਕੋਈ ਤਾਕਤ ਨਹੀਂ ਹੈ। ਸਰੀਰਕ, ਮਾਨਸਿਕ, ਬੌਧਿਕ, ਆਤਮਿਕ ਤੌਰ ਤੇ ਜੋ ਸਿਸਟਮ ਵਿੱਚ ਨਹੀਂ, ਉਸ ਸਿਸਟਮ ਤੋਂ ਬਾਹਰ ਇਹ ਕੁਝ ਨਹੀਂ ਕਰ ਸਕਦਾ। ਜਿੰਨੀ ਮਰਜ਼ੀ ਤਾਕਤ ਹੋਵੇ, ਜਿੰਨਾ ਮਰਜ਼ੀ ਕੋਈ ਪੜ੍ਹਿਆ ਹੋਵੇ, ਕੋਈ ਪਹਿਲਵਾਨ ਹੋਵੇ, ਕੋਈ ਅਮੀਰ ਹੋਵੇ, ਕੋਈ ਕੁਝ ਹੋਵੇ, ਤਾਂ ਉਹ ਪਾਣੀ ਦੇ ਵਿੱਚ ਮੱਛੀਆਂ ਦੀ ਤਰ੍ਹਾਂ ਰਹਿ ਸਕਦਾ ਹੈ? ਨਹੀਂ ਰਹਿ ਸਕਦਾ ਨਾ। यानी सिस्टम तो बाहर करने वाली ताकत ਇਹਦੇ ਅੰਦਰ नहीं है। ਕਰਨ ਕਰਾਵਨ ਸਰਬ ਕੋ ਨਾਥ, ਨਾਥ ਦਾ ਮਤਲਬ ਮਾਲਕ, ਸਰਬ ਕੋ ਨਾਥ ਦਾ ਮਤਲਬ ਸਾਰਿਆਂ ਦਾ ਮਾਲਕ। ਸਭ ਜੀਵਾਂ ਦਾ ਮਾਲਕ ਪ੍ਰਭੂ ਆਪ ਹੈ ਔਰ ਸਭ ਕੁਝ ਉਹ ਕਰਨ ਕਰਾਉਣ ਦੇ ਸਮਰੱਥ ਹੈ। ਯਾਨੀ ਸਾਰਾ ਕੁਝ ਉਹਦੇ ਹੁਕਮ ਦੇ ਅੰਦਰ ਹੁੰਦਾ ਹੈ, ਹੁਕਮ ਤੋਂ ਬਾਹਰ ਨਹੀਂ। ਇਹ ਚੀਜ਼ ਸਮਝਣ ਵਾਲੀ ਹੈ। जो ਅਸੀਂ ਜਪਜੀ ਸਾਹਿਬ ਜੀ ਦੀ ਵਿਚਾਰ ਵਿੱਚ ਅਸੀਂ ਖੁੱਲ ਕੇ ਵਿਚਾਰ ਕਰ ਚੁੱਕੇ ਹਾਂ ਕਿ ਸਾਰਾ ਕੁਝ ਰਜਾ ਵਿੱਚ ਹੈ, ਭਾਣੇ ਵਿੱਚ, ਹੁਕਮ ਵਿੱਚ, ਸਿਸਟਮ ਦੇ ਅੰਦਰ ਹੈ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈ है। हुक्म अंदर सब को, बाहर हुक्म ना कोई। हुक्म तो बाहर कोई भी नहीं है, ना कोई गृहस्थी, ना कोई बाबा, ना कोई त्यागी, ना कोई साइंटिस्ट, ना कोई। हुक्म तो बाहर कुछ हो ही नहीं सकता, रजा तो बाहर कुछ नहीं हो सकता। अगला वचन करते ने, आग्याकारी वपुरा जियो। ये जिहड़ा विचारा जीव है ना, ये आग्याकारी है, हुक्म विच तुरन वाला है। हुण इत्थे आग्याकारी दा ਅਸੀਂ ਭਾਵ ਜੇ ਲਵੀਏ ਕਿ ਜੋ ਰੱਬ ਆਗਿਆ ਕਰਦਾ ਹੈ ਉਹਦੇ ਮੁਤਾਬਕ ਤੁਰਦਾ ਹੈ। ਵੈਸੇ ਚੱਲ ਨਹੀਂ ਰਿਹਾ, ਥਾਂ ਥਾਂ ਤੇ ਬੰਦਾ ਅਸੀਂ ਆਗਿਆ ਤੋੜ ਰਹੇ ਨਾ, ਗੁਰੂ ਦੀ ਬਾਣੀ ਮੁਤਾਬਕ ਨਹੀਂ ਜ਼ਿੰਦਗੀ ਜੀ ਰਹੇ। ਤਾਂ ਇੱਥੇ ਵੀ ਭਾਵ ਉਹੀ ਹੈ ਕਿ ਇਹ ਜਿਹੜਾ ਵਿਚਾਰਾ ਜੀਵ ਹੈ ਨਾ, ਹੁਕਮ ਦੇ ਵਿੱਚ ਤੁਰਨ ਵਾਲਾ ਹੈ। ਇਹ ਹੁਕਮ ਤੋਂ ਬਾਹਰ ਕੁਝ ਨਹੀਂ ਕਰ ਸਕਦਾ। ਆਪਣੇ ਆਪ ਇਹ ਜੋ ਮਰਜ਼ੀ ਖੱਬੀ ਖਾਂ ਬਣਿਆ ਹੋਵੇ, ਜੋ ਮਰਜ਼ੀ ਆਪਣੇ ਆਪ ਦੇ ਵਿੱਚ ਕਹੀ ਜਾਏ, ਬੋਲੀ ਜਾਏ, ਕਰਨ ਦਾ ਯਤਨ ਕਰੇ, लेकिन हुक्म तो बाहर नहीं कुछ कर सकता। हुण इस चीज नूं असीं देखदे हां
किन्ने सारे लोग ने जिन्हां दे कोल बहुत सारी प्रॉपर्टी है, परिवार ने जां कुछ भी, लेकिन वो सुखी और शांत नहीं, चिंता दे विच ग्रसे हुए ने। वड्डे वड्डे जो दिसे लोग, रीजन की है कि आग्या विच ने ना, हुक्म दे विच ने, कि सिस्टम दे विच ने। क्योंकि खुशी वास्ते सिस्टम ये है कि गुणा दे धार नहीं होना पैना, पॉजिटिव होना पैना है, सकारात्मक होना पैना है, उत्साह वाली जिंदगी जीनी पैनी है। इनफीरियोरिटी कॉम्पलैक्स और सुपीरियोरिटी कॉम्पलैक्स तो बचना पैना है। खुशी ते तां आएगी हुण जिन्नी मर्जी ताकत किसी विच होवे, पर जे हुक्म नूं फॉलो नहीं करदा तां उस मनुख दी जिंदगी दे अंदर खुशी नहीं, सफलता नहीं। जो तिस भावै सोई फुन थियो। थियो दा मतलब हुंदा है, फुन दा मतलब फिर, क्योंकि हुंदा ओही है जो प्रभु नूं पाउंदा है। पाउंदा दा मतलब पाना, सिस्टम। जो सिस्टम है ओही होएगा। जिवें ਅਸੀਂ ਖਾਣਾ ਚਾਹੁੰਦੇ ਆ ਅੰਗੂਰ ਤੇ ਬੀਜ ਬੀਜਦੇ ਆ ਕਿਕਰਾਂ ਦੇ, ਤਾਂ ਬਾਬਾ ਫਰੀਦ ਜੀ ਕਹਿੰਦੇ ਨੇ ਪਿਆਰਿਆ ਐਵੇਂ ਨਹੀਂ ਹੋਣਾ। ਕਿਕਰਾਂ ਦੇ ਬੀਜ ਬੀਜ ਕੇ ਕਿਕਰਾਂ ਦੀਆਂ ਫਲੀਆਂ ਮਿਲ ਸਕਦੀਆਂ ਨੇ, ਲੱਕੜ ਮਿਲ ਸਕਦੀ ਹੈ, ਸੂਲਾਂ ਮਿਲ ਸਕਦੀਆਂ ਨੇ, ਪਰ ਅੰਗੂਰ ਨਹੀਂ। ਅੰਗੂਰਾਂ ਵਾਸਤੇ ਤਾਂ ਅੰਗੂਰ ਬੀਜਣੇ ਪੈਣਗੇ, ਉਹ ਵੇਲਾਂ ਲਾਉਣੀਆਂ ਪੈਣਗੀਆਂ। ਕੱਪੜਾ ਤੂੰ ਪਾ ਸਕਦਾ ਹੈ, ਪਰ ਰੇਸ਼ਮੀ ਕੱਪੜਾ ਪਾਉਣ ਵਾਸਤੇ ਰੇਸ਼ਮ ਦੀ ਲੋੜ ਪਵੇਗੀ, ਰੇਸ਼ਮ ਦੇ ਧਾਗੇ ਦੀ। ਤੇ ਜੇ ਤੂੰ ਭੇਡਾਂ ਦੀ ਉੱਨ ਕਤਾ ਲਵੇਂ ਔਰ ਫਿਰ ਕਿਸੇ ਖੱਡੀ ਵਾਲੇ ਬੰਦੇ ਕੋਲ ਲੈ ਜਾਏ ਕਿ ਮੈਨੂੰ ਇਹਦਾ ਰੇਸ਼ਮੀ ਕੱਪੜੇ ਬਣਾ ਦੇ, ਤਾਂ ਉਹ ਕਹੇਗਾ ਵੀ ਰੇਸ਼ਮੀ ਨਹੀਂ, ਉੱਨ ਦੇ ਕੱਪੜੇ ਗਰਮ ਤੇ ਬਣ ਜਾਣਗੇ, ਪਰ ਰੇਸ਼ਮੀ ਸਵੈਟਰ ਦਾ ਬਣ ਜਾਏਗਾ, ਗਰਮ ਕੱਪੜਾ ਬਣ ਜਾਏਗਾ, ਬਣਾ ਦਿਆਂਗਾ, ਪਰ ਰੇਸ਼ਮੀ ਨਹੀਂ ਬਣਨਾ। ਮੈਂ ਕੱਪੜਾ ਉਣ ਸਕਦਾ ਹਾਂ, ਪਰ ਉੱਨ ਤੋਂ ਮੈਂ ਰੇਸ਼ਮ ਨਹੀਂ ਨਾ ਬਣਾ ਸਕਦਾ। ਤਾਂ ਜੋ ਤਿਸ ਭਾਵੇ ਸੋਈ ਫੁੰਥਿਓ ਦਾ ਮਤਲਬ ਜੋ ਸਿਸਟਮ ਹੈ ਉਹ ਹੀ ਹੁੰਦਾ ਹੈ, ਸਿਸਟਮ ਤੋਂ ਬਾਹਰ ਨਹੀਂ ਹੁੰਦਾ ਕੁਝ। ਜੇ ਸਾਡੀ ਸਮਝ ਵਿੱਚ ਇਹ ਚੀਜ਼ ਆ ਜਾਏ ਔਰ ਅਸੀਂ ਕੁਦਰਤ ਦੇ ਨਿਯਮਾਂ ਨੂੰ ਫੋਲੋ ਕਰੀਏ ਔਰ ਗੁਰਬਾਣੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਲਈਏ, ਤਾਂ ਹਕੀਕਤ ਹੈ ਜ਼ਿੰਦਗੀ ਸੁਖੀ ਹੋ ਸਕਦੀ ਹੈ, ਸ਼ਾਂਤੀ ਸਾਡੇ ਜੀਵਨ ਵਿੱਚ ਆ ਸਕਦੀ ਹੈ, ਪ੍ਰਸੰਨਤਾ ਆ ਸਕਦੀ ਹੈ। ਪਰ ਆਏਗੀ ਤਾਂ ਜੇ ਅਸੀਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵਾਂਗੇ। ਤੇ ਜਦੋਂ ਅਸੀਂ ਆਪ ਨਹੀਂ ਜੀਣਾ ਚਾਹੁੰਦੇ, ਸਾਡੀ ਸਮਰੱਥਾ ਨਹੀਂ, ਜਾਂ ਅਸੀਂ ਜੀਣਾ ਹੀ ਨਹੀਂ ਚਾਹੁੰਦੇ, ਤੇ ਫਿਰ ਅਸੀਂ ਇੱਕ ਸਵਾਲ ਕਰ ਬੈਠੇ ਆ ਵੀ ਜੇ ਅਗਲਾ ਨਾ ਮੰਨੇ, ਅਸੀਂ ਤੇ ਕਰੀਏ ਜੇ ਅਗਲਾ ਨਾ ਕਰੇ। ਯਾਨੀ ਇਹਦਾ ਮਤਲਬ ਫਿਰ ਅਸੀਂ ਵੀ ਨਹੀਂ ਕਰਨਾ ਚਾਹੁੰਦੇ ਵੀ ਜੇ ਤੁਸੀਂ ਵੀ ਨਹੀਂ ਕਰੋਗੇ, ਅਗਲਾ ਵੀ ਨਹੀਂ ਕਰੇਗਾ, ਤਾਂ ਫਿਰ ਸੁੱਖ ਨਹੀਂ ਮਿਲੇਗਾ। ਇਹਦਾ ਸਿੱਧਾ ਜਿਹਾ ਉੱਤਰ ਫਿਰ ਇਹੀ ਹੈ ਨਾ, ਜੋ ਤਿਸ ਭਾਵੈ ਸੋਈ ਫੁੰਥਿਓ ਹੋਣਾ ਸਿਸਟਮ ਵਿੱਚ। ਕਬਹੂ ਊਚ ਨੀਚ ਮਹਿ ਬਸੈ। ਕਦੇ ਇਹ ਬੰਦਾ ਉੱਚਤਾ ਔਰ ਕਦੇ ਨੀਚਤਾ ਦੇ ਅੰਦਰ ਵਸਦਾ ਹੈ। ਕਦੇ ਇਹਦੇ ਅੰਦਰ ਖਿਆਲ ਆਉਂਦੇ ਨੇ ਕਿ ਮੈਂ ਬੜਾ ਉੱਚਾ ਬਣ ਜਾਵਾਂ, ਕੱਲ ਤੋਂ ਮੈਂ ਨਿਤਨੇਮ ਸ਼ੁਰੂ ਕਰ ਦਿਆਂ, ਅੰਮ੍ਰਿਤ ਮੈਂ ਪਾਨ ਕਰ ਲਵਾਂ, ਚੰਗੇ ਮੈਂ ਕੰਮ ਕਰਾਂ, ਔਰ ਕੱਲ ਤੋਂ ਬਸ ਹੁਣ ਸ਼ੁਰੂ, ਕੱਲ ਤੋਂ ਇਹ ਕੰਮ ਕਰ ਦੇਣਾ। ਤੇ ਅਗਲੇ ਪਲ ਫਿਰ ਇਹਦੇ ਮਨ ਦੇ ਵਿੱਚ ਵਿਚਾਰ ਆ ਜਾਂਦੇ ਨੇ, ਯਾਰ ਮੈਂ ਇਲੈਕਸ਼ਨ ਹੀ ਲੜ ਲਵਾਂ ਤੇ ਸ਼ਰਾਬ ਪੀਵਾਂ ਤੇ ਸ਼ਰਾਬ ਦੀਆਂ 4 ਬੋਤਲਾਂ ਵੰਡ ਕੇ ਤੇ ਮੈਂ ਸਰਪੰਚੀ ਜਿੱਤ ਜਾਵਾਂ, ਹੋਰ ਕੁਛ ਨਹੀਂ। ਤੇ ਯਾਨੀ ਕਦੇ ਕੋਈ ਖਿਆਲ, ਕਦੇ ਕੋਈ ਖਿਆਲ। ਕਦੇ ਦੇ ਮਨ ਦੇ ਵਿੱਚ ਆਉਂਦਾ ਹੈ ਕਿ ਮੈਂ ਉੱਚਾ ਮਹਾਨ ਚੰਗਾ ਧਰਮੀ ਬੰਦਾ ਬਣ ਜਾਵਾਂ, ਕਦੇ ਮਨ ਦੇ ਵਿੱਚ ਵਿਚਾਰ ਆ ਜਾਂਦੀ ਮੈਂ ਡਾਕਾ ਮਾਰਾਂ, ਮੈਂ ਐਵੇਂ ਦੂਜਿਆਂ ਵਰਗੇ 2 ਨੰਬਰ ਦੇ ਧੰਦੇ ਕਰਾਂ, ਕਾਰੋਬਾਰ ਕਰਕੇ ਮੈਂ ਵੀ ਅਮੀਰ ਹੋ ਜਾਵਾਂ। ਇਹਨੂੰ ਕਹਿੰਦੇ ਨੇ ਊਚ ਨੀਚ। ਕਦੇ ਉੱਚੇ ਵਿਚਾਰ, ਕਦੇ ਨੀਵੇਂ ਵਿਚਾਰ, ਕਦੇ ਨੈਗੇਟਿਵਿਟੀ, ਕਦੇ ਪੋਜ਼ਿਟਿਵਿਟੀ, ਕਦੇ ਇਨਫੀਰੀਓਰਿਟੀ ਕੰਪਲੈਕਸ, ਕਦੇ ਸੁਪੀਰੀਓਰਿਟੀ ਕੰਪਲੈਕਸ। ਕਬਹੂ ਸੋਗ ਹਰਖ ਰੰਗ ਹਸੈ। ਰੰਗ ਦਾ ਮਤਲਬ ਰੰਗ ਵਿੱਚ, ਸੋਗ ਦਾ ਮਤਲਬ ਚਿੰਤਾ। ਕਦੇ ਚਿੰਤਾ ਵਿੱਚ ਤੇ ਕਦੇ ਖੁਸ਼ੀ ਦੀ ਮੌਜ ਵਿੱਚ ਹੱਸ ਰਿਹਾ ਹੈ। ਕਬਹੂ ਸੋਗ, ਕਦੇ ਇਹਦੇ ਅੰਦਰ ਚਿੰਤਾ ਹੈ, ਔਰ ਕਦੇ ਰੰਗ ਦਾ ਮਤਲਬ ਖੁਸ਼ੀ ਦੇ ਮੌਜ ਵਿੱਚ, ਖੁਸ਼ੀ, ਹਰਖ ਦਾ ਮਤਲਬ ਖੁਸ਼ੀ, ਖੁਸ਼ੀ ਦੀ ਮੌਜ ਵਿੱਚ ਕਦੇ ਹੱਸ ਰਿਹਾ ਹੈ, ਕਦੇ ਚਿੰਤਾ ਵਿੱਚ ਰੋ ਰਿਹਾ ਹੈ, ਤੇ ਕਦੇ ਖੁਸ਼ੀ ਦੀ ਮੌਜ ਦੇ ਅੰਦਰ ਹੱਸ ਰਿਹਾ ਹੈ। ਯਾਨੀ ਕਦੇ ਚਿੰਤਾ ਪ੍ਰਭਾਵਿਤ ਕਰ ਜਾਂਦੀ ਹੈ, ਕਦੇ ਖੁਸ਼ੀ ਪ੍ਰਭਾਵਿਤ ਕਰ ਜਾਂਦੀ ਹੈ। ਜਦੋਂ ਇਹਦੇ ਅੰਦਰ ਛੋਟੀ ਮੋਟੀ ਕੋਈ ਨੁਕਸਾਨ ਹੋ ਜਾਏ, ਇਹ ਚਿੰਤਾ ਵਿੱਚ ਗ੍ਰਸਿਆ ਜਾਂਦਾ ਹੈ, ਚਿੰਤਾ ਦੇ ਵਹਿਣ ਵਿੱਚ ਵਹਿ ਜਾਂਦਾ ਹੈ। ਤੇ ਜੇ ਇਹਨੂੰ ਛੋਟਾ ਮੋਟਾ ਕੋਈ ਲਾਭ ਹੋ ਜਾਏ ਤੇ ਖੁਸ਼ੀਆਂ ਦੇ ਵਿੱਚ ਕਦੇ ਮਨ ਖੁਸ਼ੀ, ਕਦੇ ਮਨ ਦੇ ਅੰਦਰ ਚਿੰਤਾ। ਕਬਹੂ ਨਿੰਦ ਚਿੰਦ ਵਿਵਹਾਰ। ਚਿੰਦ ਯਾਨੀ ਚਿੰਤਨ, ਵਿਚਾਰ ਕਰਨਾ,
ਵਿਵਹਾਰ ਦਾ ਮਤਲਬ ਵਤੀਰਾ, ਤੇ ਚਿੰਤ ਦਾ ਮਤਲਬ ਹੈ ਚਿੰਤਨ ਕਰਨਾ, ਵਿਚਾਰ ਕਰਨਾ। ਕਬਹੂ ਨਿੰਦ ਚਿੰਦ, ਨਿੰਦਿਆ ਦੀ ਵਿਚਾਰ। ਵਿਵਹਾਰ ਦਾ ਮਤਲਬ ਵਤੀਰਾ, ਕਦੇ ਦੂਜਿਆਂ ਦੀ ਨਿੰਦਿਆ ਵਿਚਾਰਨ ਦਾ ਵਿਹਾਰ ਬਣਾਈ ਬੈਠਾ ਹੁੰਦਾ ਕਿ ਚਲੋ ਇੱਥੇ ਬੈਠ ਕੇ ਕਿਸੇ ਦੀ ਮਿੱਟੀ ਪਲੀਤ ਕਰੀਏ, ਨਿੰਦਿਆ ਕਰੀਏ, ਬਦਖੋਈ ਕਰੀਏ। ਤਾਂ ਇਹ ਵਿਹਾਰ ਤੇ ਆਮ ਬੰਦੇ ਦੇ ਵਿੱਚ ਹੈ ਹੀ ਹੈ। ਚੰਦ ਲੋਕ ਬਚੇ ਨੇ, ਕੁਛ ਵਿਰਲੇ ਲੋਕ ਬਚੇ ਨੇ, ਨਹੀਂ ਤੇ ਦੂਜਿਆਂ ਦੀ ਬਦਖੋਈ ਕਰਨੀ ਤੇ ਆਮ ਬੰਦਾ ਆਪਣਾ ਹੱਕ ਸਮਝਦਾ ਹੈ। ਕਦੇ ਨਿੰਦਿਆ ਦੀ ਵਿਚਾਰ ਬਣਾਈ ਫਿਰਦਾ ਹੈ। ਤੇ ਨਿੰਦਿਆ ਨੂੰ ਥੋੜਾ ਜਿਹਾ ਸਮਝ ਲੈਣਾ, ਵੈਸੇ ਤੁਸੀਂ ਸਾਰੇ ਸਿਆਣੇ ਹੋ, ਭੈਣ ਭਰਾ, ਸਮਝਦੇ ਹੋ। ਨਿੰਦਿਆ ਦਾ ਮਤਲਬ ਸਚਾਈ ਨਹੀਂ ਹੈ। ਅਸੀਂ ਕਈ ਵਾਰ ਸਚਾਈ ਨੂੰ ਵੀ ਨਿੰਦਿਆ ਕਹਿ ਲੈਂਦੇ ਹਾਂ, ਕਿ ਸਾਨੂੰ ਕੀ ਲੋੜ ਹੈ ਕਿਸੇ ਦੀ ਨਿੰਦਿਆ ਕਰਨ ਦੀ। ਦੇਖੋ, ਸੱਚ ਬੋਲਣਾ ਚਾਹੀਦਾ ਹੈ। ਦੁਨੀਆ ਵਿੱਚ ਝੂਠ ਕਿਉਂ ਫੈਲਦਾ ਹੈ? ਇਸ ਕਰਕੇ ਨਹੀਂ ਕਿ ਝੂਠੇ ਬੰਦੇ ਜ਼ਿਆਦਾ ਨੇ, ਉਹ ਇਸ ਕਰਕੇ ਕਿ ਝੂਠ ਸੁਣਨ ਵਾਲੇ ਸੱਚੇ ਜਿਹੜੇ ਬੰਦੇ ਨੇ ਉਹ ਚੁੱਪ ਨੇ। ਜਦੋਂ ਸੱਚੇ ਬੰਦੇ ਚੁੱਪ ਹੋ ਜਾਣ ਨਾ, ਉਦੋਂ ਫਿਰ ਝੂਠ ਫੈਲ ਜਾਂਦਾ ਹੈ। ਜਦੋਂ ਬੁਰਾਈਆਂ ਕਰਨ ਵਾਲੇ, ਸਹਿਣ ਵਾਲੇ ਚੁੱਪ ਕਰ ਜਾਣ ਨਾ, ਚੰਗਿਆਈਆਂ ਵਾਲੇ, ਉਦੋਂ ਬੁਰਾਈਆਂ ਫੈਲ ਜਾਂਦੀਆਂ ਨੇ। ਨਿੰਦਿਆ ਕਿਉਂ ਲੋਕ ਕਰਦੇ ਨੇ? ਅਸੀਂ ਕਹਿੰਦੇ ਲੋਕ ਨਿੰਦਿਆ ਬੜੀ ਕਰਦੇ ਨੇ। ਉਹ ਤਾਂ ਕਰਦੇ ਨੇ ਕਿਉਂਕਿ ਅਸੀਂ ਸੁਣਦੇ ਹਾਂ। ਹੁਣ ਤੁਸੀਂ ਕਹਿੰਦੇ ਹੋ ਨਾ, ਜਿਹੜਾ ਆਉਂਦਾ ਨਿੰਦਿਆ ਕਰਦਾ ਤਾਂ ਕਰ ਰਿਹਾ ਹੈ, ਤੁਹਾਡੇ ਕੋਲ ਹੀ ਕਿਉਂ ਕਰਦਾ? ਕਿਉਂਕਿ ਤੁਸੀਂ ਸੁਣ ਰਹੇ ਹੋ। ਤੁਸੀਂ ਸੁਣਨਾ ਬੰਦ ਕਰ ਦਿਓ, ਨਿੰਦਿਆ ਹੋਣੀ ਆਪੇ ਬੰਦ ਹੋ ਜਾਏਗੀ। ਕਿਸੇ ਦੀ ਬਦਖੋਈ ਨਾ ਸੁਣੋ। ਪਰ ਗੁਰੂ ਜੀ ਕਹਿੰਦੇ ਨੇ ਕਦੇ ਇਹ ਨਿੰਦਿਆ ਦੀ ਵਿਚਾਰ ਬਣਾ ਲੈਂਦਾ ਹੈ, ਲੋਕਾਂ ਦੀ ਨਿੰਦਿਆ ਕਰਦਾ ਹੈ। ਕਬਹੂ ਊਬ ਆਕਾਸ਼ ਪਿਆਲ। ਊਬ ਦਾ ਮਤਲਬ ਉੱਚਾ, ਪਿਆਲ ਦਾ ਮਤਲਬ ਪਤਾਲ। ਕਦੇ ਉੱਚਾ ਆਕਾਸ਼ ਤੱਕ ਤੇ ਕਦੇ ਨੀਵਾਂ ਪਤਾਲ ਤੱਕ ਚਲਾ ਜਾਂਦਾ ਹੈ। ਭਾਵ ਕਦੇ ਆਪਣੀ ਬਿਰਤੀ ਉੱਚੀ ਬਣਾ ਲੈਂਦਾ ਹੈ, ਕਦੇ ਬਿਰਤੀ ਇਹਦੀ ਬੜੀ ਨੀਵੀਂ ਹੁੰਦੀ ਹੈ। ਸਾਡੇ ਮਨ ਵਿੱਚ ਆਉਂਦੇ ਰਹਿੰਦੇ ਨੇ ਨਾ ਵਿਚਾਰ। ਕਈ ਵਾਰ ਸਾਡੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਕਿ ਯਾਰ ਅਸੀਂ ਚੰਗੇ ਇਨਸਾਨ ਬਣਨਾ ਹੈ, ਸੱਚ ਬੋਲਣਾ ਹੈ, ਪਰਉਪਕਾਰ ਕਰਨਾ ਹੈ, ਗੁਰੂ ਦੀ ਪਾਵਨ ਬਾਣੀ ਪੜ੍ਹਨੀ ਹੈ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ ਹੈ। ਸਾਡੇ ਮਨ ਦੇ ਅੰਦਰ ਕਦੇ ਐਸੇ ਵਿਚਾਰ ਆਉਂਦੇ ਨੇ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਫਿਰ ਅਸੀਂ ਗਲਤ ਵਿੱਚ ਚਲੇ ਜਾਂਦੇ ਹਾਂ, ਫਿਰ ਸਾਡੀ ਬਿਰਤੀ ਨੀਵੀਂ ਚਲੀ ਜਾਂਦੀ, ਫਿਰ ਅਸੀਂ ਝੂਠ ਬੋਲਣ ਲੱਗ ਪੈਂਦੇ ਹਾਂ, ਫਿਰ ਅਸੀਂ ਨਿੰਦਿਆ ਕਰਨ ਲੱਗ ਜਾਂਦੇ ਹਾਂ, ਫਿਰ ਸਾਡੇ ਅੰਦਰ ਇਨਫੀਰੀਓਰਿਟੀ ਕੰਪਲੈਕਸ ਆ ਜਾਂਦਾ ਹੈ, ਸੁਪਰੀਓਰਿਟੀ ਕੰਪਲੈਕਸ ਆ ਜਾਂਦਾ ਹੈ, ਫਿਰ ਅਸੀਂ ਲੋਕਾਂ ਦੀਆਂ ਬੁਰਾਈਆਂ ਕਰਨ ਲੱਗ ਜਾਂਦੇ ਹਾਂ। ਇਸ ਕਹਿੰਦੇ ਨੇ ਊਬ ਆਕਾਸ਼ ਪਿਆਲ। ਕਦੇ ਖੁਸ਼ੀ ਦੇ ਕਾਰਨ ਆਕਾਸ਼ ਵਿੱਚ ਉੱਚਾ ਚੜ ਜਾਂਦਾ ਹੈ ਤੇ ਕਦੇ ਚਿੰਤਾ ਦੇ ਕਾਰਨ ਪਤਾਲ ਵਿੱਚ ਡਿੱਗ ਪੈਂਦਾ। ਖੁਸ਼ੀ ਆਈ, ਬੰਦਾ ਫੁੱਲਿਆ ਨਹੀਂ ਸਮਝਦਾ, ਦੇ ਭੰਗੜੇ, ਦੇ ਢੋਲ। ਤੇ ਜੇ ਮਾੜੀ ਜੀ ਚਿੰਤਾ ਆਈ ਤੇ ਬੰਦਾ ਮਰਿਆ ਵਰਗਾ ਹੋ ਜਾਂਦਾ, ਕਿ ਹੁਣੇ ਵੀ ਮਰਿਆ ਤੇ ਹੁਣੇ ਵੀ ਮਰਿਆ। ਥੋੜੀ ਜਿਹੀ ਗੱਲ ਹੋਈ ਤੇ ਹਰ ਅਟੈਕ ਹੋਣ ਵਾਲਾ ਹੋ ਜਾਂਦਾ। ਇਸੇ ਨੂੰ ਕਹਿੰਦੇ ਨੇ ਉਹ ਆਕਾਸ਼ ਪਿਆਲ। ਖੁਸ਼ੀਆਂ ਦੇ ਵਿੱਚ ਉੱਚਾ ਉੱਡਦਾ ਫਿਰਦਾ ਹੈ, ਕਦੇ ਚਿੰਤਾਵਾਂ ਦੇ ਸਾਗਰ ਦੇ ਵਿੱਚ ਵਹਿ ਜਾਂਦਾ ਹੈ, ਲੇਕਿਨ ਸਿਸਟਮ ਨੂੰ ਨਹੀਂ ਸਮਝਦਾ। ਕਬਹੂ ਬੇਤਾ ਬ੍ਰਹਮ ਵਿਚਾਰ। ਬੇਤਾ ਦਾ ਮਤਲਬ ਜਾਣਨ ਵਾਲਾ, ਮਹਿਰਮ। ਬ੍ਰਹਮ ਵਿਚਾਰ ਦਾ ਮਤਲਬ ਰੱਬ ਦੀ ਵਿਚਾਰ। ਕਦੇ ਆਪ ਹੀ ਇਹ ਰੱਬੀ ਵਿਚਾਰ ਦਾ ਮਹਿਰਮ ਬਣ ਜਾਂਦਾ, ਰੱਬ ਦੀਆਂ ਵਿਚਾਰਾਂ ਕਰਨ ਲੱਗ ਜਾਂਦਾ, ਰੱਬ ਦੀਆਂ ਗੱਲਾਂ ਕਰਨ ਲੱਗ ਜਾਂਦਾ, ਔਰ ਗੁਣ ਗਾ ਰਿਹਾ ਹੈ, ਬਾਣੀ ਦੀ ਗੱਲ ਕਰ ਰਿਹਾ ਹੈ, ਰੱਬ ਦੀ ਵਿਚਾਰ ਜਿਹੜਾ ਹੈ ਬੰਦਾ ਕਰੀ ਜਾਂਦਾ, ਕਦੇ ਰੱਬ ਦੀ ਵਿਚਾਰ ਕਰਨ ਵਾਲਾ ਬਣ ਜਾਂਦਾ। ਸਾਡੇ ਵਿੱਚ ਆਉਂਦਾ ਨਾ, ਦਿਨ ਵਿੱਚ ਜਾਂ ਜ਼ਿੰਦਗੀ ਜੀਂਦਿਆਂ ਕਈ ਵਾਰ ਸਾਡਾ ਮਨ ਉੱਚਾ ਨੀਵਾਂ ਇਹਨਾਂ ਅਵਸਥਾ ਵਿੱਚ ਜਾਂਦਾ ਹੈ, ਤੇ ਕਦੇ ਬੰਦਾ ਰੱਬ ਦੀ ਵਿਚਾਰ ਵਾਲਾ ਬਣ ਜਾਂਦਾ ਹੈ। ਇਹਦੇ ਮਨ ਵਿੱਚ ਰੱਬੀ ਵਿਚਾਰਾਂ ਆਉਂਦੀਆਂ ਨੇ। ਗੁਰੂ ਜੀ ਕਹਿੰਦੇ ਨੇ ਇਹ ਨਾਨਕ ਆਪ ਮਿਲਾਵਣਹਾਰ। हे ਨਾਨਕ, ਜੀਵਾਂ ਨੂੰ ਆਪ ਆਪਣੇ ਵਿੱਚ ਮਿਲਾਵਣਹਾਰ ਹੈ। ਤੇ ਆਪ ਉਹ ਮਿਲਾਵਣਹਾਰ ਕਿਵੇਂ ਹੈ? ਸਿਸਟਮ ਦੇ ਵਿੱਚ, ਰਜਾ ਦੇ ਵਿੱਚ। ਜੋ ਰਜਾ ਵਿੱਚ ਤੁਰੇਗਾ ਉਹਨੂੰ ਆਪਣੇ ਨਾਲ ਮਿਲਾ ਲਵੇਗਾ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਪਰ ਜੇ ਹੁਣ ਬੰਦਾ ਸਿਸਟਮ ਨੂੰ ਨਾ ਸਮਝੇ, ਤੇ ਸਿਸਟਮ ਨੂੰ ਨਾ ਸਮਝਦਾ ਹੋਇਆ ਇਹ ਬੰਦਾ ਕਦੇ ਤਾਂ ਉੱਚਾ ਹੋ ਜਾਏ ਔਰ ਕਦੇ ਇਹ ਨੀਵਾਂ ਹੋ ਜਾਏ, ਕਦੇ ਆਪਣੀ ਬਿਰਤੀ ਨੂੰ ਖੁਸ਼ੀ ਦੇ ਵਿੱਚ ਔਰ ਕਦੇ ਚਿੰਤਾਵਾਂ ਦੇ ਵਿੱਚ ਲੈ ਜਾਏ, ਕਦੇ ਲੋਕਾਂ ਦੀ ਨਿੰਦਿਆ ਕਰਨ ਵਾਲਾ ਵਿਹਾਰ ਬਣਾ ਲਵੇ, ਕਦੇ ਖੁਸ਼ੀ ਵਿੱਚ ਆਕਾਸ਼ ਵਿੱਚ ਜਾ ਚੜੇ ਤੇ ਚਿੰਤਾ ਦੇ ਕਾਰਨ ਪਤਾਲਾਂ ਵਿੱਚ ਜਾਂਦਾ ਰਹੇ, ਕਦੇ ਬ੍ਰਹਮ ਦੀਆਂ ਵਿਚਾਰਾਂ ਕਰਦਾ ਹੋਵੇ ਪਰ ਹੁਕਮ ਦੇ ਵਿੱਚ ਨਾ ਤੁਰਦਾ ਹੋਵੇ, ਸਿਰਫ ਗੱਲਾਂ ਹੋਣ, ਵਿਹਾਰ ਹੁਕਮ ਅਨੁਸਾਰ ਨਹੀਂ ਹੈ, ਤਾਂ ਉਹ ਰੱਬ ਨਾਲ ਥੋੜਾ ਮਿਲੇਗਾ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈਆਂ ਨਾਲ ਥੋੜਾ ਮਿਲੇਗਾ, ਗੱਲਾਂ ਨਾਲ ਥੋੜਾ ਮਿਲੇਗਾ। ਹੁਣ ਗੱਲਾਂ ਤਾਂ ਮੈਂ ਵੀ ਕਰ ਰਿਹਾ ਹਾਂ,
पर जे मैं इन्हां चीज़ां ते अमल नहीं करदा तां मैनूं सुख थोड़ा मिलेगा, शांति थोड़ा मिलेगी। मैनूं सुख जां दुख तां मेरे विहार दा मिलना है, गल्लां दा थोड़ा। विहार कैसा है, मेरी सोच कैसी है। ਤਾਂ ਗੁਰੂ ਜੀ ਕਹਿੰਦੇ ਨੇ ਰੱਬ ਆਪ ਜੀਵਾਂ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ, ਭਾਵ ਕਿ ਆਪਣੀ ਰਜ਼ਾ ਔਰ ਹੁਕਮ ਦੇ ਅੰਦਰ ਉਹ ਆਪਣੇ ਨਾਲ ਮਿਲਾਉਂਦਾ ਹੈ। ਕਬਹੂ ਨਿਰਤ ਕਰੇ ਬਹੁ ਭਾਂਤ, ਕਦੀ ਬੰਦਾ ਅਨੇਕਾਂ ਤਰੀਕਿਆਂ ਦੇ ਨਾਲ ਨਾਚ ਨੱਚਦਾ ਹੈ। ਔਰ ਬੰਦਾ ਨਾਚ ਨੱਚ ਰਿਹਾ ਨਾ, ਕਦੇ ਕਾਮ ਦੇ ਹੱਥੀ ਚੜ ਕੇ, ਕਦੇ ਕ੍ਰੋਧ ਦੇ ਹੱਥੀ ਚੜ ਕੇ। ਕਦੇ ਕ੍ਰੋਧ ਆਇਆ ਹੋਵੇ, ਕਿਉਂਕਿ ਸਾਨੂੰ ਸਾਰਿਆਂ ਨੂੰ ਆਉਂਦਾ ਹੀ ਹੈ ਨਾ। ਤੇ ਕਦੇ ਝਾਤ ਮਾਰੋ ਮਾੜੀ ਜੀ ਵੀ ਜਦੋਂ ਤੁਹਾਨੂੰ ਗੁੱਸਾ ਆਇਆ ਹੋਵੇ ਤੇ ਕਿਵੇਂ ਅਸੀਂ ਕ੍ਰੋਧ ਵਿੱਚ ਨਾਚ ਨੱਚਦੇ ਹਾਂ। ਸਾਡਾ ਸਾਰਾ ਕੁਝ ਤਹਿਸ ਨਹਿਸ ਹੋਇਆ ਹੁੰਦਾ ਨਾ। ਪਰਿਵਾਰ ਦੇ ਵਿੱਚ ਜੇ ਸਬਜ਼ੀ ਭਾਜੀ ਵਿੱਚ ਲੂਣ ਮਿਰਚ ਮਾੜਾ ਥੋੜਾ ਬਹੁਤਾ ਤੇਜ਼ ਘੱਟ ਵੱਧ ਹੋ ਜਾਏ, ਜਾਂ ਛੋਟੀ ਮੋਟੀ ਗੱਲ ਘਰ ਵਾਲੀ ਕਹਿ ਦੇ ਤੇ ਉਹ ਥਾਲੀ ਗਈ ਹੁੰਦੀ ਹੈ ਦੂਜੇ ਪਾਸੇ, ਵੇਖਦੇ ਆ ਨਾ ਅਸੀਂ। ਨਾਚ ਨੱਚ ਰਿਹਾ ਨਾ ਬੰਦਾ, ਅਨੇਕਾਂ ਕਿਸਮ ਦੇ ਨਾਚ, ਕਾਮ ਦਾ, ਕ੍ਰੋਧ ਦਾ, ਲੋਭ ਦਾ, ਹੰਕਾਰ ਦਾ। ਕਬੂ ਸੋਏ ਰਹੇ ਦਿਨ ਰਾਤ, ਤੇ ਕਦੇ ਦਿਨ ਰਾਤ ਸੁੱਤਾ ਹੀ ਰਹਿੰਦਾ ਹੈ। ਸੁੱਤੇ ਦਾ ਮਤਲਬ ਕਿ ਅਚੇਤ ਹੀ ਰਹਿੰਦਾ ਹੈ, ਕੁਝ ਸੋਚਦਾ ਹੀ ਨਹੀਂ ਹੈ। ਔਰ ਕਈ ਵਾਰ ਐਸਾ ਹੁੰਦਾ ਹੈ ਕਿ ਸਾਨੂੰ ਸਰੀਰਕ ਤੌਰ ਤੇ ਵੀ ਕਾਫੀ ਨੀਂਦ ਆਉਂਦੀ ਹੈ। ਬੜੇ ਲੋਕ ਐਸੇ ਨੇ ਜਿਹੜੇ ਦਿਨ ਰਾਤ ਸੁੱਤੇ ਰਹਿੰਦੇ ਨੇ। ਤੇ ਖਾਸ ਕਰਕੇ ਸਾਡਾ ਹੁਣ ਸਾਨੂੰ ਤੇ ਜਦੋਂ ਕੋਈ ਫੋਨ ਕਰੇ ਨਾ, ਜਦੋਂ ਕੋਈ ਗਿਆਨ ਜੀ ਸੁੱਤੇ ਸੀ, ਜਿਹੜੇ ਸੁੱਤੇ ਹੋਏ ਜਦੋਂ ਕੋਈ ਫੋਨ ਕਰਦਾ ਨਾ, ਗਿਆਨ ਜੀ ਕੀ ਹਾਲ ਹੈ, ਸੁੱਤੇ ਤਾਂ ਨਹੀਂ ਸੀ। ਯਾਨੀ ਉਹਨਾਂ ਨੂੰ ਪਤਾ ਵੀ ਜੇ ਜ਼ਿਆਦਾ ਨਹੀਂ ਤੇ ਗਿਆਨੀ ਜੀ ਤੇ ਸੁੱਤੇ ਹੀ ਹੋਣਾ। ਯਾਨੀ ਕਦੇ ਬੰਦਾ ਦਿਨ ਰਾਤ ਸੁੱਤਾ ਹੀ ਰਹਿੰਦਾ ਹੈ। ਸਰੀਰਕ ਨੀਂਦ ਵੀ ਕਈ ਵਾਰ ਡਿਪਰੈਸ਼ਨ ਵਗੈਰਾ ਚਲਾ ਜਾਏ ਤੇ ਬੰਦਾ ਨੀਂਦ ਘੱਟ ਵੱਧ ਹੋ ਜਾਂਦੀ ਨਾ, ਸਰੀਰਕ ਤੌਰ ਤੇ ਵੀ। ਲੇਕਿਨ ਇੱਥੇ ਅਗਿਆਨਤਾ ਦੀ ਨੀਂਦ ਦੀ ਗੱਲ ਹੈ। ਕਦੇ ਬੰਦਾ ਦਿਨ ਰਾਤ ਅਗਿਆਨਤਾ ਦੀ ਨੀਂਦ ਵਿੱਚ ਹੀ ਸੁੱਤਾ ਹੈ, ਗਫਲਤ ਹੈ, ਕੋਈ ਉਹਨੂੰ ਹੋਸ਼ ਨਹੀਂ, ਜੋ ਮਰਜ਼ੀ ਮਾੜੇ ਕਰਮ ਕਰੀ ਜਾ ਰਿਹਾ ਹੈ। ਕਬਹੂ ਮਹਾ ਕ੍ਰੋਧ ਵਿਕਰਾਲ, ਵਿਕਰਾਲ ਦਾ ਮਤਲਬ ਭਿਆਨਕ। ਕਦੇ ਕ੍ਰੋਧ ਦੇ ਅੰਦਰ ਆਣ ਕੇ ਬੜਾ ਭਿਆਨਕ ਹੋ ਜਾਂਦਾ ਹੈ, ਡਰਾਵਣਾ ਲੱਗਦਾ ਹੈ। ਕ੍ਰੋਧ ਦੇ ਕਾਰਨ ਬੜਾ ਡਰਾਵਣਾ ਲੱਗਦਾ ਹੈ। ਜਿਹੜੇ ਆ ਬਹੁਤੇ ਵੀਰ ਨੇ ਨਾ, ਵੀਰ ਵੀ ਭੈਣਾਂ ਵੀ ਵਿੱਚ ਹੀ ਅਸੀਂ ਸਾਰੇ ਸ਼ਾਮਲ ਆ, ਜਿਹੜੇ ਅਸੀਂ ਬੜੇ ਬੀਬੇ ਰਾਣੇ ਬਣੇ ਹੁੰਦੇ ਆ ਨਾ, ਕਈ ਵਾਰ ਕ੍ਰੋਧ ਦੇ ਵਿੱਚ ਵੇਖੋ, ਕਈ ਵਾਰ ਫਿਰ ਆਪ ਨੂੰ ਵੀ ਹਾਸਾ ਆਉਂਦਾ ਨਾ, ਵਿਕਰਾਲ ਬਣ ਜਾਂਦਾ ਬੰਦਾ, ਭਿਆਨਕ ਬਣ ਜਾਂਦਾ ਹੈ। ਔਰ ਕਿੰਨਾ ਭਿਆਨਕ ਹੈ ਅਸੀਂ ਰੋਜ਼ ਵਿਚਾਰ ਕਰ ਰਹੇ ਹਾਂ। ਦੇਖੋ ਹੀਰੋਸ਼ੀਮਾ ਨਾਗਾਸਾਕੀ, ਕ੍ਰੋਧ ਹੀ ਹੈ ਨਾ। ਦੇਖੋ ਤੁਸੀਂ ਐਟਮ ਬੰਬ, ਹਾਈਡਰੋਜਨ ਬੰਬ, ਕ੍ਰੋਧ ਹੀ ਹੈ ਨਾ। ਜਿਹੜੇ ਆ ਟਰੱਕ ਵਾਲੀ ਤੁਸੀਂ ਗੱਲ ਕਰ ਰਹੇ ਸੋ, ਕ੍ਰੋਧ ਹੀ ਹੈ ਨਾ। ਨਹੀਂ ਤੇ ਟਰੱਕ ਅੱਗੇ ਪਿੱਛੇ ਕਰਨ ਵਿੱਚ ਕਿੰਨਾ ਫਰਕ ਪੈਂਦਾ। 2 ਮਿੰਟ ਕੋਈ ਪਹਿਲਾਂ ਪੈਟਰੋਲ ਪਵਾ ਲੈ ਗਿਆ, ਥੋੜਾ ਲੇਟ ਹੋ ਗਿਆ, ਠੀਕ ਹੈ, ਗਲਤੀ ਕਿਸੇ ਦੀ ਹੋ ਸਕਦੀ ਹੈ, ਪਰ ਇਹ ਥੋੜੀ ਜਿਹੀ ਕ੍ਰੋਧ ਨਾਲ ਉਹਨੂੰ ਕਿਰਪਾਨਾਂ ਨਾਲ ਹੀ ਮਾਰ ਵਿਕਰਾਲ ਹੋ ਜਾਂਦਾ ਨਾ ਬੰਦਾ। ਕਬਹੂ ਮਹਾ ਕ੍ਰੋਧ ਵਿਕਰਾਲ, ਕਦੇ ਇਹ ਕ੍ਰੋਧ ਦੇ ਕਾਰਨ ਬੰਦਾ ਬੜਾ ਭਿਆਨਕ ਹੋ ਜਾਂਦਾ ਹੈ, ਡਰਾਵਣਾ ਹੋ ਜਾਂਦਾ ਹੈ। ਕਬਹੂ ਸਰਬ ਕੀ ਹੋਤ ਰਵਾਲ, ਤੇ ਅਗਲੇ ਹੀ ਪਾਲੇ ਸਾਰਿਆਂ ਦੀ ਚਰਨ ਧੂੜ ਬਣਿਆ ਹੁੰਦਾ। ਰਵਾਲ ਦਾ ਮਤਲਬ ਚਰਨ ਧੂੜ ਜੀ, ਮੈਂ ਤੁਹਾਡੇ ਚਰਨਾਂ ਦਾ ਦਾਸ। ਕਦੇ ਕ੍ਰੋਧ ਦੇ ਵਿੱਚ ਬੜਾ ਭਿਆਨਕ ਹੋਇਆ ਪਿਆ ਹੈ, ਸਾਰੇ ਅਣਜਾਣਿਆਂ ਨੂੰ ਕੁੱਟਿਆ ਹੈ, ਜਨਾਨੀ ਦੀਆਂ ਲੱਤਾਂ ਤੋੜੀਆਂ ਪਈਆਂ ਨੇ, ਅਣਜਾਣਿਆਂ ਦੇ ਮੂੰਹ ਲਾਲ ਕੀਤੇ ਨੇ, ਤੇ ਅਗਲੇ ਹੀ ਪਲ ਮਤਲਬ ਬੱਚੇ ਨੂੰ ਮੂੰਹ ਦੇ ਵਿੱਚ ਲੈ ਕੇ ਗੋਦ ਦੇ ਵਿੱਚ ਤੇ ਚੁੰਮਦਾ, ਮੇਰਾ ਲਾਲ, ਸੌਰੀ ਮੇਰੇ ਤੋਂ ਗਲਤੀ ਹੋ ਗਈ, ਮੇਰਾ ਪੁੱਤੂ, ਮੇਰਾ ਫਲਾਣਾ ਕਹਿੰਦਾ। ਇੱਕ ਪਲ ਦੇ ਵਿੱਚ ਹੀ ਚਰਨ ਧੂੜ ਹੋਇਆ ਫਿਰਦਾ ਹੈ। ਕਦੇ ਕ੍ਰੋਧ ਵਿੱਚ ਗੁੱਸਾ, ਕਦੇ ਇਹ ਸਾਰਿਆਂ ਦੀ ਚਰਨ ਧੂੜ। ਕਬਹੂ ਹੋਏ ਬਹਿ ਬੜ ਰਾਜਾ, ਕਦੇ ਰਾਜਾ ਬਣ ਪੈਂਦਾ, ਬਾਦਸ਼ਾਹ ਬਣ ਪੈਂਦਾ, ਭਾਵ ਆਪਣਾ ਹੁਕਮ ਚਲਾਉਂਦਾ ਹੈ ਕਿ ਮੇਰਾ ਹੁਕਮ ਚੱਲਣਾ ਚਾਹੀਦਾ। ਔਰ ਹੁਕਮ ਚਲਾਉਣ ਦੀ ਬਿਰਤੀ ਆਮ ਬੰਦੇ ਵਿੱਚ, ਸੰਸਾਰ ਵਿੱਚ ਹੁਕਮ ਚਲਾਉਣਾ ਚਾਹੁੰਦਾ ਹੈ, ਆਪਣੇ ਦੇਸ਼ ਵਿੱਚ ਚਲਾਉਣਾ ਚਾਹੁੰਦਾ ਹੈ, ਆਪਣੇ ਸਟੇਟ ਵਿੱਚ ਚਲਾਉਣਾ ਚਾਹੁੰਦਾ ਹੈ, ਸ਼ਹਿਰ ਵਿੱਚ। ਤੇ ਜੇ ਕਿਤੇ ਵੀ ਨਾ ਚੱਲੇ ਫਿਰ ਕਹਿੰਦਾ ਕਿ ਮੇਰੇ ਘਰ ਦੇ ਜੀ ਤੇ ਮੰਨਣ। ਘਰ ਦੇ ਵੀ ਕਈ ਵਾਰੀ ਸਾਰੇ ਜੀ ਨਹੀਂ ਮੰਨਦੇ, ਪੁੱਤਰ ਨੂੰ ਆਵੇਂ ਕਈ ਵਾਰੀ ਵੱਖਰੇ ਹੋ ਜਾਂਦੇ ਨੇ, ਫਿਰ ਕਹਿੰਦਾ ਵੀ ਮੇਰੀ ਘਰ ਵਾਲੀ ਤੇ ਮੰਨੇ। ਤੇ ਅੱਜ ਕੱਲ੍ਹ ਘਰ ਵਾਲੀਆਂ ਦਾ ਤੁਹਾਨੂੰ ਪਤਾ ਹੀ ਹੈ, ਭੈਣਾਂ ਹੱਸਦੀਆਂ ਨਾ ਸਾਰੀਆਂ, ਨਹੀਂ ਕੋਈ ਨਜਾਇਜ਼ ਗੱਲਾਂ ਨਹੀਂ ਮੰਨਦੀਆਂ, ਘਰ ਵਾਲੀ ਵੀ ਨਹੀਂ ਮੰਨਦੀ, ਕਈ ਵਾਰੀ ਨਜਾਇਜ਼ ਨਹੀਂ ਮੰਨਦੀਆਂ। ਫਿਰ ਬੰਦਾ ਸੋਚਦਾ ਯਾਰ ਜੇ ਘਰ ਵਾਲੀ ਵੀ ਚੱਲ ਨਹੀਂ ਮੰਨਦੀ ਤੇ ਨੌਕਰ ਤੇ ਗੱਲ ਮੇਰੀ ਮੰਨੇ ਨਾ। ਤੇ ਕਈ ਵਾਰ ਨੌਕਰ ਵੀ ਨਜਾਇਜ਼ ਨਹੀਂ ਮੰਨਦਾ, ਵੀ ਕੌਣ ਦਾਬੇ, ਉਹ ਕਹਿੰਦਾ ਵੀ ਸਰਦਾਰ ਜੀ ਤੇ ਫੜੋ ਆਪਣੇ ਪੈਸੇ, ਮੈਂ ਕਿਤੇ ਹੋਰ ਜਾ ਕੇ ਨੌਕਰੀ ਕਰ ਲਾਂ। ਤੇ ਜਿਹਦੀ ਨੌਕਰ ਵੀ ਨਾ ਮੰਨੇ, ਫਿਰ ਉਹ ਗੁਰਦੁਆਰੇ ਨੇ ਭਾਈ ਕਿਹੜੀ ਮਾਸੀ ਕੋਲ ਜਾਣਗੇ, ਉਹ ਗੁਰਦੁਆਰੇ ਆਣ ਕੇ ਹੁਕਮ ਚਲਾਉਣਗੇ, ਮੰਦਿਰ ਵਿੱਚ ਚਲਾਉਣਗੇ, ਮਸੀਤ ਵਿੱਚ ਚਲਾਉਣਗੇ। ਚਲਾਉਣਾ ਹੁਕਮ ਹੀ ਹੈ, ਮੰਨਣਾ ਨਹੀਂ। ਕਬਹੂ ਹੋਏ ਬਹਿ ਬੜ ਰਾਜਾ, ਕਦੇ ਵੱਡਾ ਰਾਜਾ ਬਣ ਪੈਂਦਾ ਹੈ। ਕਬਹੂ ਭਿਖਾਰੀ ਨੀਚ ਕਾ ਸਾਜਾ, ਸਾਜਾ ਦਾ ਮਤਲਬ ਸਾਜ,
ਸਾਂਗ, ਕਦੇ ਇਹ ਨੀਵੀਂ ਜਾਤ ਦੇ ਮੰਗਤੇ ਦਾ ਸਾਂਗ ਬਣਾ ਲੈਂਦਾ ਹੈ ਕਿ ਮੈਂ ਤੇ ਜੀ ਅਸੀਂ ਤੇ ਭਿਖਾਰੀਆਂ ਜੀ, ਰੱਬ ਦੇ ਦਰ ਦੇ ਮੰਗਤੇ ਹਾਂ ਜੀ, ਅਸੀਂ ਤੇ ਤੁਹਾਡੇ ਚਰਨਾਂ ਦੇ ਦਾਸ ਹਾਂ ਜੀ। ਕਦੇ ਇਹੋ ਜਿਹਾ ਪੇਸ਼ ਬਣਾ ਲੈਂਦਾ, ਕਦੇ ਆਪਣੇ ਆਪ ਨੂੰ ਰਾਜਾ ਬਾਦਸ਼ਾਹ ਬਣਾ ਕੇ ਪੇਸ਼ ਕਰਦਾ ਹੈ, ਔਰ ਕਦੇ ਇਹ ਭਿਖਾਰੀਆਂ ਵਾਲਾ ਪੇਸ਼ ਬਣਾ ਲੈਂਦਾ ਹੈ। ਕਦੇ ਇਹਦੇ ਅੰਦਰ ਐਸੀਆਂ ਬਿਰਤੀਆਂ ਆ ਜਾਂਦੀਆਂ, ਕਬਹੂ ਅਪਕੀਰਤ ਮਹਿ ਆਵੇ, ਕਦੇ ਬਦਨਾਮੀ ਕਰਾ ਰਿਹਾ ਹੁੰਦਾ ਹੈ। ਕਦੇ ਆਪ ਇਸ ਨਹੀਂ ਕਹਿੰਦੇ ਨਾ ਜੀ ਅਸੀਂ ਤੇ ਪਾਪੀ ਅਪਰਾਧੀ ਹਾਂ, ਵੈਸੇ ਕਹਿੰਦੇ ਅਸੀਂ ਉੱਤੋਂ ਉੱਤੋਂ ਹਾਂ। ਆਮ ਬੰਦੇ ਨੂੰ ਕभी ਨਾ ਤੁਸੀਂ ਬੜੇ ਚੰਗੇ, ਨਾ ਭਾਜੀ ਅਸੀਂ ਕਿੱਥੇ, ਅਸੀਂ ਤੇ ਚਰਨਾਂ ਦੇ ਧੂੜ, ਅਸੀਂ ਤੇ ਪਾਪੀ ਅਪਰਾਧੀ ਕਲਯੁਗ ਜੀਵ ਹਾਂ, ਅਸੀਂ ਤੇ ਪਾਪੀ ਹਾਂ। ਤੇ ਜੇ ਕਹਿ ਦਈਏ ਨਾ ਯਾਰ ਹਾਂ ਹੈ ਤੇ ਗੱਲ ਸੱਚੀ ਹੈ, ਤੁਸੀਂ ਪਾਪੀ ਹੀ ਹੋ, ਫਿਰ ਅਗਲਾ ਕੀ ਕਰਦਾ ਉਹਦਾ ਸਾਨੂੰ ਪਤਾ ਹੀ। ਤੇ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਅਸੀਂ ਪਾਪੀ ਹਾਂ, ਅਸੀਂ ਇੱਕ ਦੂਜੇ ਨੂੰ ਕਹਿੰਦੇ ਨਾ, ਮੈਂ ਤੁਹਾਨੂੰ ਕਹਿ ਦਿੰਦਾ ਨਾ ਭੈਣੋ ਵੀਰੋ ਮੈਂ ਤੇ ਪਾਪੀ ਅਪਰਾਧੀ ਜੀ, ਤੁਸੀਂ ਮੈਨੂੰ ਕਹਿ ਦਿੰਦੇ ਹੋ, ਇੱਕ ਦੂਜੇ ਨੂੰ ਕਹਿੰਦੇ ਆ ਨਾ। ਤਾਂ ਜੇ ਵਾਸਤਵ ਦੇ ਵਿੱਚ ਅਸੀਂ ਸੱਚੇ ਆ ਨਾ ਕਿ ਅਸੀਂ ਪਾਪੀ ਹਾਂ, ਤਾਂ ਸਾਨੂੰ ਇੱਕ ਦੂਜੇ ਨੂੰ ਨਹੀਂ ਕਹਿਣਾ ਚਾਹੀਦਾ, ਸਾਨੂੰ ਥਾਣੇ ਜਾਣਾ ਚਾਹੀਦਾ ਤੇ ਪੁਲਿਸ ਵਾਲਿਆਂ ਨੂੰ ਕਹਿਣਾ ਚਾਹੀਦਾ ਕਿ ਅਸੀਂ ਪਾਪੀ ਹਾਂ ਤੇ ਅਸੀਂ ਇਹ ਅਪਰਾਧ ਕੀਤੇ ਨੇ ਤੇ ਸਾਨੂੰ ਜੇਲ੍ਹ 'ਚ ਦਿਓ, ਸਾਡੇ ਤੇ ਕੇਸ ਚਲਾਓ, ਸਾਨੂੰ ਅੰਦਰ ਕਰੋ। ਪਰ ਐਵੇਂ ਨਹੀਂ ਨਾ ਕੋਈ ਮੰਨਦਾ, ਕਦੀ ਆਪਣੇ ਆਪ ਨੂੰ ਐਵੇਂ ਅਖਵਾਈ ਜਾਂਦਾ, ਅਪਕੀਰਤ ਮਾੜਾ ਅਖਵਾਉਂਦਾ ਹੈ ਆਪਣੇ ਆਪ ਨੂੰ। ਕਬਹੂ ਭਲਾ ਭਲਾ ਕਹਾਵੇ ਤੇ ਕਦੇ ਆਪਣੇ ਆਪ ਨੂੰ ਭਲਾ ਅਖਵਾਉਂਦਾ ਹੈ। ਤੁਹਾਨੂੰ ਇਹੋ ਜਿਹੇ ਆਮ ਬੰਦੇ ਮਿਲ ਜਾਣਗੇ, ਕਿਸੇ ਗੁਰਦੁਆਰਾ ਸਾਹਿਬ ਅਸੀਂ ਜਾਈਏ ਨਾ, ਬੜੇ ਲੋਕ ਮਿਲਦੇ ਨੇ, ਭਾਜੀ ਇਹ ਗੁਰਦੁਆਰਾ ਅਸੀਂ ਸ਼ੁਰੂ ਕਰਾ ਰਹੇ ਸੀ, ਅਸੀਂ ਬਣਾਇਆ, ਅਸੀਂ ਮਤਲਬ ਇੰਜ ਕੀਤਾ, ਉਹ ਇੰਜ ਫੀਲ ਕਰਾ ਰਹੇ ਹੁੰਦੇ ਨੇ ਕਿ ਜੇ ਨਾ ਹੁੰਦੇ ਤੇ ਗੁਰਦੁਆਰੇ ਇਸ ਦੁਨੀਆ ਤੇ ਹੋਣੇ ਹੀ ਨਹੀਂ ਸਨ। ਉਹ ਇੰਜ ਨੇ ਜਿਵੇਂ ਕੋੜ ਕਿਰਲੀ ਸਮਝਦੇ ਨਾ, ਪਿੱਛੇ ਤੀਰ ਮੈਂ ਚੁੱਕਿਆ, ਜਿਵੇਂ ਤੀਰ ਥੱਲੋਂ ਨਿਕਲ ਗਈ, ਤੀਰ ਥੱਲੇ ਡਿੱਗ ਪੈਣਾ। ਕਦੀ ਬੰਦੇ ਭਲਾ ਖਵਾਉਂਦੇ ਨੇ, ਮੈਂ ਜੀ ਇੰਨਾ ਪਰਉਪਕਾਰ, ਇਹਨਾਂ ਜੀ ਅਸੀਂ ਦਾਨ ਕਰਨੇ ਆ, ਮੈਂ ਜੀ ਕਲਾਸਾਂ ਲਗਾਉਣਾ, ਮੈਂ ਜੀ ਇਹ ਕਰਦੇ ਨੇ ਨਾ। ਕਦੇ ਭਲਾ ਭਲਾ ਖਵਾਉਂਦੇ ਨੇ, ਕਦੇ ਆਪਣੇ ਆਪ ਨੂੰ ਬੰਦਾ ਪਾਪੀ ਅਪਰਾਧੀ ਖਾਣ ਲੱਗਦਾ। ਜਿਉਂ ਪ੍ਰਭ ਰਾਖੈ ਤਿਵ ਹੀ ਰਹੇ, ਪਰ ਗੁਰੂ ਜੀ ਕਹਿੰਦੇ ਨੇ ਗੱਲਾਂ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ। ਜਿਉਂ ਪ੍ਰਭ ਰਾਖੈ ਤਿਵ ਹੀ ਰਹੇ, ਜਿਵੇਂ ਰੱਬ ਰੱਖਦਾ ਹੈ ਨਾ, ਜੀਵ ਰਹਿੰਦਾ ਉਸ ਤਰ੍ਹਾਂ ਹੈ। ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ, ਹੋਣਾ ਹੈ ਸਿਸਟਮ ਦੇ ਅੰਦਰ, ਰੱਬ ਦੀ ਰਜ਼ਾ ਦੇ ਅੰਦਰ। ਜਿਉਂ ਪ੍ਰਭ ਰਾਖੈ ਤਿਵ ਹੀ ਰਹੇ, ਤੁਸੀਂ ਭਲੇ ਅਖਵਾਈ ਜਾਓ, ਬੁਰੇ ਅਖਵਾਈ ਜਾਓ, ਖੁਸ਼ ਹੋਈ ਜਾਓ ਜਾਂ ਚਿੰਤਾ ਵਿੱਚ ਰਹੀ ਜਾਓ, ਇਹਦੇ ਨਾਲ ਗੱਲਾਂ ਕਰਨ ਨਾਲ ਕੁਝ ਨਹੀਂ ਹੋਣਾ। ਸਿਸਟਮ ਦੇ ਅੰਦਰ ਹੋਣਾ ਹੈ, ਜੋ ਹੁਕਮ ਦੇ ਅੰਦਰ ਹੈ, ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਜਿਉਂ ਪ੍ਰਭ ਰਾਖੈ ਤਿਵ ਹੀ ਰਹੇ, ਇਸ ਲਈ ਗੁਰ ਪ੍ਰਸਾਦ ਨਾਨਕ ਸੱਚ ਕਹੈ ਕੋਈ ਵਿਰਲਾ ਮਨੁੱਖ। ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਕਿਰਪਾ ਸਦਕਾ, ਸੱਚ ਕਹੇ ਦਾ ਮਤਲਬ ਕੁਝ ਵਿਰਲੇ ਲੋਕ ਨੇ ਜੋ ਸੱਚ ਬੋਲਦੇ ਨੇ, ਜੋ ਸੱਚ ਦੇ ਧਾਰਨੀ ਨੇ, ਜੋ ਮਨ ਵਚਨ ਕਰਮ ਕਰਕੇ ਸੱਚ ਦੇ ਧਾਰਨੀ ਨੇ, ਜੋ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ, ਰੱਬੀ ਸਿਫਤ ਸਲਾਹ ਕਰਦੇ ਨੇ। ਗੁਰੂ ਦੀ ਕਿਰਪਾ ਦੇ ਨਾਲ ਕੁਝ ਲੋਕ ਐਸੇ ਨੇ ਜੋ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਗਏ ਨੇ ਔਰ ਸਿਰਫ ਨਿਰੋਲ ਸੱਚ ਦੇ ਨਾਲ ਜੁੜ ਗਏ ਨੇ। ਹੁਕਮ ਰਜਾਈ ਚੱਲਣਾ ਕਿਉਂ ਸਚਿਆਰਾ, ਇਹ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਰਜਾ ਦੇ ਵਿੱਚ ਤੁਰ ਰਹੇ ਨੇ, ਉਹ ਸਚਿਆਰ ਹੋਣ ਦਾ ਯਤਨ ਕਰ ਰਹੇ ਨੇ। ਵਿਰਲੇ ਨੇ ਤੇ ਕੌਣ ਨੇ ਉਹ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਰਾਹੀਂ ਕੁਝ ਵਿਰਲੇ ਲੋਕ ਸੱਚ ਦੇ ਧਾਰਨੀ ਨੇ, ਹੁਕਮ ਰਜਾ ਵਿੱਚ ਤੁਰ ਰਹੇ ਨੇ। ਗੁਰੂ ਦੀ ਕਿਰਪਾ ਦਾ ਮਤਲਬ ਗੁਰੂ ਦਾ ਗਿਆਨ, ਗਿਆਨ ਗੁਰੂ ਦੀ ਅਗਵਾਈ ਵਿੱਚ ਜੋ ਚੱਲ ਰਹੇ ਨੇ। ਤੇ ਜੇ ਅਸੀਂ ਸੌਖੀ ਲਫ਼ਜ਼ਾਂ ਵਿੱਚ ਸਮਝਣਾ ਹੋਵੇ, ਉਹ ਲੋਕ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਹੋਏ ਵੇ ਆਫ ਲਾਈਫ ਨੂੰ ਅਪਣਾ ਲੈਂਦੇ ਨੇ, ਉਹ ਫਿਰ ਸੱਚ ਕਹਿੰਦੇ ਨੇ, ਉਹਨਾਂ ਦੇ ਜੀਵਨ ਦਾ ਗੋਲ ਸੱਚ ਬਣ ਜਾਂਦਾ ਹੈ, ਉਹ ਲੋਕ ਸਚਿਆਰ ਹੋ ਜਾਂਦੇ ਨੇ। ਤੇ ਜੋ ਸਚਿਆਰ ਨੇ ਉਹਨਾਂ ਦਾ ਆਉਣਾ ਇਸ ਸੰਸਾਰ ਦੇ ਅੰਦਰ ਸਫਲਾ ਹੋ ਜਾਂਦਾ। ਤਾਂ ਅੱਜ ਦੇ ਵਿਚਾਰ ਮੁਤਾਬਕ ਸਾਨੂੰ ਗੁਰਦੇਵ ਪਾਤਸ਼ਾਹ ਸਮਝਾ ਰਹੇ ਨੇ ਕਿ ਇਸ ਸੰਸਾਰ ਵਿੱਚ ਰੱਬ ਦਾ ਹੁਕਮ ਵਰਤ ਰਿਹਾ ਹੈ, ਹੁਕਮ ਤੋਂ ਬਾਹਰ ਬੰਦਾ ਕੁਝ ਨਹੀਂ ਕਰ ਸਕਦਾ। ਇਹਦਾ ਜਿਹੜੀ ਆਪਣੀ ਸਰੀਰਕ ਤਾਕਤ ਹੈ, ਜਿੰਨੀ ਮਰਜ਼ੀ ਵਰਤ ਲਵੇ, ਹੁਕਮ ਤੋਂ ਬਾਹਰ ਇਹ ਕੁਝ ਕਰ ਨਹੀਂ ਪਾਏਗਾ। ਇਸ ਲਈ ਕਰਨ ਕਰਾਵਨ ਸਰਬ ਕੇ ਨਾਥ, ਉਹ ਸਾਰਾ ਕੁਝ ਕਰਾ ਰਿਹਾ ਹੈ ਰੱਬ, ਯਾਨੀ ਰੱਬ ਦੇ ਹੁਕਮ ਭਾਣੇ ਰਜਾ ਦੇ ਅੰਦਰ ਸਭ ਕੁਝ ਹੋ ਰਿਹਾ ਹੈ। ਇਸ ਲਈ ਜੇ ਅਸੀਂ ਸੁਖ ਸ਼ਾਂਤੀ ਆਨੰਦ ਖੇੜਾ ਮੰਗਲ ਪ੍ਰਸੰਨਤਾ ਚਾਹੁੰਦੇ ਹਾਂ, ਤਾਂ ਸਾਨੂੰ ਰੱਬੀ ਰਜਾ ਮੁਤਾਬਕ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਿਤਾਉਣ ਦਾ ਯਤਨ ਕਰਨਾ ਚਾਹੀਦਾ ਹੈ।